ਕੀ ਜਗਮੀਤ ਬਰਾੜ ਬਾਦਲਾਂ ਤੋਂ ਬਾਕੀ ਹੋ ਗਈ? ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਹਾਂ। ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦੀ ਪਾਰਟੀ ਨਹੀਂ ਹੈ। ਸੋ ਆਪਾਂ ਜਦੋਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਹੁਣ ਕਹਿੰਦੇ ਆਪਾਂ। ਲੰਮਾ ਸਮਾਂ ਜਿਨ੍ਹਾਂ ਨੇ ਹਕੂਮਤਾਂ ਕੀਤੀਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਈ ਵਾਰ ਜਿਹੜਾ ਸੱਚ ਹੈ ਉਹ ਥੋੜਾ ਔਖਾ ਲੱਗਦਾ ਉਸ ਨੂੰ ਸਹਿਣਾ। ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਮੈਂ ਤਿਆਗ ਲਈ ਤਿਆਰ ਹਾਂ, ਤੁਹਾਨੂੰ ਕੀ ਲੱਗਦਾ? ਕੋਈ ਵੀ ਪ੍ਰਧਾਨ ਰਵੇ ਮੈਨੂੰ ਕੋਈ ਇਸ ਤੇ ਨਹੀਂ। ਮੈਂ ਇਹ ਕਹਿ ਰਿਹਾ ਕਿ ਕੌਮ ਨਹੀਂ, ਮੈਂ ਇਹ ਕਹਿ ਰਿਹਾ ਕਿ ਕੌਮ ਇਸ ਵੇਲੇ ਕੀ ਸੋਚ ਰਹੀ ਹੈ। ਬਾਕੀ ਉਹਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਜਾਂ ਮੇਰੇ ਵਿਰੁੱਧ ਕਿਵੇਂ ਮਤੇ ਪਵਾਏ ਜਾਂਦੇ ਆ ਉਹ ਪੋਲਿਟਿਕਸ ਹੁੰਦੀ ਹੈ। ਕੀ ਤੁਹਾਡੇ ਖਿਲਾਫ ਮਤਾ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪਵਾਇਆ? ਉਹਨਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਮਤਾ ਪੈ ਸਕਦਾ ਸੀ। ਇਹ ਵੀ ਅਸੀਂ ਕੱਲ ਨੂੰ ਜਗਮੀਤ ਸਿੰਘ ਬਰਾੜ ਦੇ ਫਾਂਸੀ ਦਾ ਰੱਸਾ ਤਿਆਰ ਹੈ, ਸਾਰਾ ਕੋਈ ਢਾਂਚਾ ਸਭ ਬੁਲਾ ਲਏ ਗਏ ਔਰ ਉਹਨਾਂ ਨੂੰ ਫਾਂਸੀ ਲੱਗ ਜਾਣੀ ਹੈ ਤੇ ਤੁਸੀਂ ਪਹਿਲਾਂ ਲਾਓ ਉਹਨਾਂ ਨੂੰ ਤਾਂ ਕਿ ਸਾਨੂੰ ਸੌਖਾ ਹੋਵੇ ਐਵੀਡੈਂਸ ਦੇਣਾ ਕਿ ਉਹਨਾਂ ਨੇ ਪਹਿਲਾਂ ਟੰਗਤਾ, ਹੁਣ ਅਸੀਂ ਟੰਗਦਾ। ਫਿਰ ਇਹ ਵੀ ਬੋਲੇ ਭੈੜੇ ਸ਼ਬਦ ਵੀ, ਇੱਕ ਲੀਡਰ ਬੋਲਿਆ ਕਹਿੰਦਾ ਇੱਕ ਕਾਂ ਟੰਗ ਦਿਓ, ਕਾਂ ਹੋ ਜੂਗੀ ਜੀ ਪੰਥ ਦੀ ਚੜ੍ਹਦੀ ਕਲਾ ਤੇ ਆਪਾਂ ਅਕਾਲੀ ਦਲ ਬਸ ਬੱਲੇ ਬੱਲੇ। ਮੇਰੀਆਂ ਆਪਦੀਆਂ ਭੈਣਾਂ ਤੇ ਹਰਸਿਮਰਤ ਕੌਰ ਬਾਦਲ ਨਾਲ ਮੇਰਾ ਕੋਈ ਡਿਫਰੈਂਸ ਆਫ ਓਪੀਨੀਅਨ, ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਪਰ ਗੱਲ ਮੈਂ ਜਿਹੜੇ ਮੁੱਦੇ ਉਠਾਏ ਹੈ ਉਹਨੂੰ ਟਿਲਟ ਕਰ ਦੇਣਾ ਕਿ ਜਗਮੀਤ ਸਿੰਘ ਬਰਾੜ ਕੋਈ ਚੈਲੰਜ ਹੈ ਸੁਖਬੀਰ ਸਿੰਘ ਬਾਦਲ ਲਈ, ਇਹ ਗੱਲ ਗਲਤ। ਮੈਂ ਉਹਨਾਂ ਲਈ ਕਾਹਦੇ ਲਈ ਚੈਲੰਜ? ਤੁਸੀਂ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਨਹੀਂ ਕਰਦਾ, ਪਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ 'ਚ ਇੱਕ ਸ਼ਬਦ ਵਰਤਿਆ ਤੁਸੀਂ ਕਿ ਜਿਹੜਾ ਮਤਾ ਮੇਰੇ ਖਿਲਾਫ ਪਾਇਆ ਗਿਆ ਸੀ ਉਹ ਲੋਕ ਸਭਾ ਚੋਣਾਂ 'ਚ ਹਰਸਿਮਰਤ ਬਾਦਲ ਦੇ ਖਿਲਾਫ ਜਾ ਸਕਦਾ। ਇਹਨੂੰ ਕਿਵੇਂ ਡੀਲ ਹੋਈ? ਮਜੀਠੀਆ ਰਿਹਾ ਹੋ ਕੇ ਆਏ ਨੇ, ਮੁਲਾਕਾਤ ਕੀਤੀ? ਮੇਰਾ ਉਹਨਾਂ ਨੂੰ ਮਿਲਣਾ ਜਾਂ ਨਾ ਮਿਲਣਾ ਇਹ ਕੋਈ ਬਹੁਤਾ ਮਹੱਤਵ ਨਹੀਂ ਰੱਖਦਾ। ਸਾਰੇ ਮਿਲ ਕੇ ਆਏ? ਹੁਣ ਸਾਰੇ ਮਿਲ ਕੇ ਆਏ, ਮੈਂ ਤਾਂ ਨਹੀਂ ਮਿਲ ਕੇ ਆਇਆ। ਮਨਪ੍ਰੀਤ ਸਿੰਘ ਯਾਲੀ ਹੋਰਾਂ ਨਾਲ ਲਾਸਟ ਮੁਲਾਕਾਤ ਕਦੋਂ ਹੋਈ? ਕਦੋਂ ਗੱਲਬਾਤ? ਹਾਂ, ਮੇਰੇ ਨਾਲੋਂ ਵੱਧ, ਮੈਂ ਰਿਪੀਟ ਕਰ ਰਿਹਾ ਇਹ ਗੱਲ, ਮੇਰੇ ਨਾਲੋਂ ਵੱਧ ਵੀ ਉਹ ਆਪਦੇ ਸਟੈਂਡ, ਆਪਦੀ ਦ੍ਰਿੜਤਾ, ਆਪਦੇ ਵਿਸ਼ਵਾਸ ਤੇ ਕਾਇਮ ਹੈ ਔਰ ਇਸੇ ਤਰ੍ਹਾਂ ਚਰਨਜੀਤ ਸਿੰਘ ਅਟਵਾਲ ਕਾਇਮ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਪਹਿਲੇ ਦਿਨ ਤੋਂ ਇਹ ਗੱਲ ਕਹਿਤੀ ਸੀ ਕਿ ਢਾਂਚਾ ਗਲਤ ਭੰਗ ਹੋਇਆ, ਉਹ ਔਨ ਰਿਕਾਰਡ ਹੈ। ਉਹਨਾਂ ਨੇ ਕਿਹਾ ਵਰਕਿੰਗ ਕਮੇਟੀ ਤੋਂ ਬਿਨਾਂ ਨਹੀਂ ਹੋ ਸਕਦਾ ਸੀ, ਤੁਸੀਂ ਕੰਮ ਇਹ ਗਲਤ ਕਰ ਬੈਠੇ। ਤੁਸੀਂ ਹੁਣ ਇੱਕ ਸ਼ਬਦ ਵਰਤਿਆ ਕਿ ਮੇਰਾ ਬੰਦ ਕੱਟਿਆ ਜਾਵੇ, ਮੇਰਾ ਟੋਟਾ ਕੱਟਿਆ ਜਾਵੇ, ਮੈਂ ਅਕਾਲੀ ਦਲ ਨਹੀਂ ਛੱਡਾਂਗਾ। ਹਾਂ ਦਰਸ਼ਨ ਸਿੰਘ ਵਲਟੋਆ ਵਾਰ-ਵਾਰ ਮੀਡੀਆ 'ਚ ਆ ਕੇ ਵੀ ਕਹਿੰਦੇ ਆ, ਔਨ ਰਿਕਾਰਡ ਕਹਿੰਦੇ ਆ ਕਿ ਅਸੀਂ ਕਿਵੇਂ ਯਕੀਨ ਕਰ ਲਈਏ, ਜਾਂ ਇਹ ਗੱਲਾਂ ਆਖਦੇ ਨੇ ਕਿ ਕਦੇ ਇੱਧਰ ਕਦੇ ਉੱਧਰ, ਕਹਿੰਦੇ ਅਸੀਂ ਮੋੜ ਤੋਂ ਟਿਕਟ ਦੇਤੀ, ਫਿਰ ਖਿਲਾਫ ਬੋਲ ਰਹੇ ਆ। ਕੀ ਅਕਾਲੀ ਦਲ 'ਚ ਇੱਕ ਵੀ ਕੋਈ ਬੰਦਾ ਹੈ ਜਿਹੜਾ ਰਾਜ ਭਾਗ ਹੋਵੇ ਆਪਦਾ ਤੇ ਫਿਰ ਵੀ ਜੇਲ੍ਹ 'ਚ ਹੋਵੇ? ਰਾਜ ਭਾਗ ਸਰ ਬੇਅੰਤ ਸਿੰਘ ਦਾ, ਨਰਸਿਮਹਾ ਰਾਓ ਦਾ, ਮੈਂ ਮੈਂਬਰ ਆਫ ਪਾਰਲੀਮੈਂਟ ਪਰ ਆਈ ਵਾਜ਼ ਇਨ ਬੁੜੈਲ ਜੇਲ੍ਹ ਔਨ SYL। ਮੇਰੀ ਕ੍ਰੈਡੀਬਿਲਿਟੀ ਨੂੰ ਮੈਂ ਉਸ ਅਕਾਲ ਪੁਰਖ ਤੋਂ ਡਰ ਕੇ ਨਾ 1 ਲੱਖ ਬੰਦਾ ਵੀ ਹੈ ਜਾਂ ਪੈਦਾ ਹੋ ਕੇ ਚੈਲੰਜ ਨਹੀਂ ਕਰ ਸਕਦਾ। ਆਵਾਜ਼-ਏ ਪੰਜਾਬ ਨੂੰ ਅੱਜ ਪੰਜਾਬ ਸੁਣ ਰਿਹਾ, ਸੁਖਬੀਰ ਸਿੰਘ ਬਾਦਲ ਸੁਣ ਰਹੇ। आप गवाइए तासौ पाइए और कैसी चतराई, और वो कट कट के अंतर की जानत, भले बुरे की पीर पिशानत, वो देख रहा है ना। ये एंटी पार्टी एक्टिविटी नहीं है। मेरा ये दृढ़ विश्वास है कि अगर सुखबीर सिंह जी बादल, अगर जेडे लीडर्स ने जेडे सारे एस्टैबलिश्ड लीडर्स ने 20 साल 10 साल वजारतां माणियां, अगर वो त्याग एक बारी कर देण, अकाल तख्त साहब के सामने कर देण, आपदे मन नाल कर लैण, महाराज की हजूरी च कर लैण, तो लोग ਜਿਹੜੇ ਨੇ ਉਹ ਅਕਾਲੀ ਦਲ ਨੂੰ ਮਜ਼ਬੂਤ ਕਰ ਦੇਣਗੇ। ਮੈਂ ਇੱਕ ਤੋਂ ਲੋਕਾਂ ਦੇ ਨਾਂ ਲਊਂਗਾ ਬਰਾੜ ਸਾਹਿਬ, 1 ਮਿੰਟ ਪੂਰ ਲੈਣਾ। ਸੁਖਬੀਰ ਸਿੰਘ ਬਾਦਲ ਕਿਹੋ ਜਿਹੇ ਲੱਗਦੇ? ਦਰਸ਼ਨ ਸਿੰਘ ਵਲਟੋਆ? ਆਪਾਂ ਕੰਟਰੋਵਰਸੀ ਕਾਹਨੂੰ ਪੈਦਾ ਕਰਨੀ ਹੈ ਕੋਈ? ਉਹ ਆਪਦੇ, ਉਹ ਤਾਂ ਮੇਰੇ ਨਾਲ ਹੀ ਆ ਕੇ ਬਹਿੰਦੇ ਸਾਰੀਆਂ ਮੀਟਿੰਗਾਂ 'ਚ। ਸਿਮਰਨਜੀਤ ਸਿੰਘ ਮਾਨ? ਇਹ ਤਾਂ ਮੈਨੂੰ ਸਾਰਿਆਂ ਦੇ ਨਾਲ ਜਾਂ ਤਾਂ ਲੜਾਓਗੇ ਜਾਂ ਮੇਰੇ ਮਿੱਤਰ ਬਣਾਓਗੇ। ਮੈਂ ਉਹਨਾਂ ਦੀ ਨਿੱਜੀ ਤੌਰ ਤੇ ਬਹੁਤ ਕਦਰ ਕਰਦਾ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਇੱਕ ਮੈਂ ਉਹਨਾਂ ਦੇ ਵਿਚਾਰ ਨਾਲ ਸਹਿਮਤ ਹੋਵਾਂ ਨਾ ਹੋ, ਬਟ ਹੀ ਇਜ਼ ਕਨਸਟੈਂਟ ਵਾਟ ਹੀ ਸੇਜ਼। ਮੁੱਖ ਮੰਤਰੀ ਭਗਵੰਤ ਮਾਨ? ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਆਵਾਮ ਨੇ ਫਤਵਾ ਦਿੱਤਾ, ਪਰ ਉਹਨੂੰ ਲਿਵ ਅਪ ਕਰਨਾ, ਇਹ ਭਗਵੰਤ ਸਿੰਘ ਮਾਨ ਦਾ ਇੱਕ ਜਿਵੇਂ ਰਿਸਪੌਂਸ ਐਂਡ ਚੈਲੰਜਸ ਚੁਣੌਤੀ ਹੈ। ਦੇਖੋ ਕਿਸ ਤਰ੍ਹਾਂ ਲਿਵ ਅਪ ਕਰਦੇ। नजर है दर ही रा खतरा तुरासत, हमें कौम बराड़ हुक्म मरासत। ਬਰਾੜਾਂ ਬਾਰੇ ਕਿਹਾ ਜਾਂਦਾ ਹੈ ਕਿ ਬਰਾੜ ਹਮੇਸ਼ਾ ਹੀ ਬਾਗੀ ਤਬੀਅਤ ਦੇ ਰਹੇ ਹੈ। ਬਰਾੜ ਗੁਰੂ ਸਾਹਿਬ ਦੀ ਫੌਜ ਤੋਂ ਬਾਗੀ ਵੀ ਹੋਏ, ਪਰ ਗੁਰੂ ਸਾਹਿਬ ਦੇ ਲਈ ਲੜੇ ਵੀ। ਇੱਕ ਵੇਲਾ ਉਹ ਸੀ ਜਦੋਂ ਜਸਵਿੰਦਰ ਸਿੰਘ ਬਰਾੜ
ਪ੍ਰਕਾਸ਼ ਸਿੰਘ ਬਾਦਲ ਤੋਂ ਬਾਗੀ ਹੁੰਦੇ ਆ। 97 ਵਾਲੀ ਇਲੈਕਸ਼ਨ ਮਨਤਾਰ ਸਿੰਘ ਬਰਾੜ ਅਕਾਲੀ ਦਲ ਤੋਂ ਬਾਗੀ ਹੋ ਕੇ ਲੜਦੇ ਨੇ ਤੇ ਅੱਜ ਸਾਡੇ ਨਾਲ ਜਗਮੀਤ ਸਿੰਘ ਬਰਾੜ ਨੇ। ਬਰਾੜ ਸਾਹਿਬ ਸਵਾਗਤ ਹੈ ਪ੍ਰੋਗਰਾਮ। ਬਹੁਤ ਮਿਹਰਬਾਨੀ, ਥੈਂਕ ਯੂ। ਬਰਾੜਾਂ ਬਾਰੇ ਕਿਹਾ ਜਾਂਦਾ ਕਿ ਬਰਾੜ ਬਾਗੀ ਰਹੇ ਨੇ, ਵੱਖ-ਵੱਖ ਨਾਂ ਲਏ ਨੇ ਮੈਂ, ਕਿ ਜਗਮੀਤ ਸਿੰਘ ਬਰਾੜ ਬਾਗੀ ਹੋ ਗਏ? ਦੇਖੋ, ਤੁਸੀਂ ਬੜਾ ਜ਼ਫਰਨਾਮਾ ਚੋਂ ਕਲਗੀਧਰ ਪਾਤਸ਼ਾਹ ਨੇ ਜੋ ਦੀਨੇ ਕਾਂਗੜ ਦੀ ਧਰਤੀ ਤੋਂ ਲਿਖਿਆ ਔਰ ਜੋ ਬਰਾੜ ਵੰਸ਼ ਔਰ ਬਰਾੜ ਕੌਮ ਬਾਰੇ ਉਹਨਾਂ ਨੇ ਐਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ, ਕਿਉਂਕਿ ਉਸ ਵੇਲੇ ਦੇ ਆਪਣੇ ਸਮੇਂ ਦੇ ਹੁਕਮਰਾਨਾਂ ਦੇ ਉਹ ਸਭ ਤੋਂ ਵੱਡੇ ਸੰਤ ਸਿਪਾਹੀ ਬਾਗੀ ਸਨ ਔਰ ਉਹਨਾਂ ਨੇ ਜਿਸ ਚੁਬਾਰੇ 'ਚ ਬਹਿ ਕੇ ਕਾਂਗੜ ਸਾਹਿਬ, ਦੀਨਾ ਕਾਂਗੜ ਸਾਹਿਬ ਦੀ ਧਰਤੀ ਤੋਂ ਇਹ ਜ਼ਫਰਨਾਮਾ ਲਿਖਿਆ, ਮੇਰੇ ਪੂਰਵਜਾਂ ਦਾ ਉਸ ਧਰਤੀ ਨਾਲ ਸੰਬੰਧ ਹੈ। ਔਰ ਤੁਸੀਂ ਇੱਥੋਂ ਆਰੰਭ ਕੀਤੀ ਹੈ ਇੰਟਰਵਿਊ। ਗੁਰ ਇਤਿਹਾਸ, ਪੰਜਾਬ ਦੀਆਂ ਪਰੰਪਰਾਵਾਂ, ਸ਼੍ਰੋਮਣੀ ਅਕਾਲੀ ਦਲ ਦਾ ਗੌਰਵਮਈ ਇਤਿਹਾਸ, ਇਹਨੂੰ ਕਿਵੇਂ ਤਕੜਿਆ ਕਰਨਾ ਹੈ, ਮਜ਼ਬੂਤ ਕਰਨਾ ਹੈ, ਇਹਦੇ ਬਾਰੇ ਸਮੇਂ ਬਰ ਸਮੇਂ ਜੋ ਮੇਰੇ ਹਿਰਦੇ ਦੀਆਂ ਗਹਿਰਾਈਆਂ 'ਚੋਂ ਗੱਲ ਨਿਕਲਦੀ ਰਹੀ ਉਹ ਮੈਂ ਕਹਿੰਦਾ ਰਿਹਾ। ਓਬਵੀਅਸਲੀ ਜਿਹੜੇ ਬੰਦੇ ਤਾਕਤ ਛੁੰਦੇ ਹੈ ਜਾਂ ਰਹੇ ਹੁੰਦੇ ਹੈ ਜਾਂ ਹੁਕਮਰਾਨ ਹੁੰਦੇ ਨੇ ਜਾਂ ਲੰਮਾ ਸਮਾਂ ਜਿਨ੍ਹਾਂ ਨੇ ਹਕੂਮਤਾਂ ਕੀਤੀਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਈ ਵਾਰ ਜਿਹੜਾ ਸੱਚ ਹੈ ਉਹ ਥੋੜ੍ਹਾ ਔਖਾ ਲੱਗਦਾ ਉਸ ਨੂੰ ਸਹਿਣਾ। ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਪਾਰਟੀ 'ਚ ਬਲਵਿੰਦਰ ਸਿੰਘ ਭੂੰਦੜ ਨੇ, ਸੁਖਬੀਰ ਸਿੰਘ ਬਾਦਲ ਨੇ, ਇਹਨਾਂ 2 ਵਰ੍ਹਿਆਂ ਦੇ ਦੌਰਾਨ ਜਦੋਂ ਮੈਂ ਕੋਰ ਕਮੇਟੀ ਦੀਆਂ ਮੀਟਿੰਗਾਂ ਵਿੱਚ ਆਪਣੇ ਸੁਝਾਅ ਦਿੰਦਾ ਰਿਹਾ, ਉਹਨਾਂ ਨੇ ਬਹੁਤ ਧਿਆਨ ਨਾਲ ਸੁਣੇ ਨੇ। ਉਹਨਾਂ ਨੇ ਇੱਥੋਂ ਤੱਕ, ਮੈਂ ਤਾਂ ਇਹ ਕਹਿ ਰਿਹਾ, ਮੈਂ ਇਹ ਨਹੀਂ ਕਿ ਮੈਂ ਆਪਣੀ ਗੱਲ ਨੂੰ ਪਿੱਛੇ ਕਰ ਰਿਹਾ, ਪਰ ਮੈਨੂੰ ਐਪਰੀਸ਼ੀਏਟ ਦੂਜੇ ਦੇ ਵਿਊ ਨੂੰ ਕਰਨ ਦਾ ਕਈ ਵਾਰ ਮੇਰਾ ਹਿਰਦਾ ਮੈਨੂੰ ਪ੍ਰਸੰਨ ਕਰਦਾ ਕਿ ਮੈਂ ਜਿਹੜਾ ਪੱਤਰ ਲਿਖਿਆ ਮਈ ਮਹੀਨੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਬਲਵਿੰਦਰ ਸਿੰਘ ਜੀ ਭੂੰਦੜ ਦੇ ਰਾਹੀਂ, ਉਹ 13 ਨੁਕਾਤੀ ਪ੍ਰੋਗਰਾਮ ਜਿਹੜਾ ਅਨਾਉਂਸ ਕੀਤਾ ਪ੍ਰਧਾਨ ਜੀ ਨੇ, ਉਹ ਸਾਰੇ ਦਾ ਸਾਰਾ ਤਕਰੀਬਨ ਮੇਰੀ ਲੈਟਰ ਜਿਹੜੀ ਤੁਹਾਡੇ ਸਤਿਕਾਰਯੋਗ ਚੈਨਲ ਨੇ ਔਰ ਤੁਸੀਂ ਉਹਦਾ ਵਰਡ ਟੂ ਵਰਡ ਵਰਬੈਟਮ ਲੋਕਾਂ ਨੂੰ ਦੱਸਿਆ, ਤਾਂ ਮੇਰੇ ਉਹਦੀਆਂ ਗੱਲਾਂ ਸਾਰੀਆਂ ਹੀ ਤਕਰੀਬਨ ਮੰਨ ਲਈਆਂ ਗਈਆਂ। ਲੇਕਿਨ ਸਵਾਲ ਇਹ ਹੈ ਕਿ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਜਾਂ ਉਹਦੀ ਇੰਪਲੀਮੈਂਟੇਸ਼ਨ ਹੈ ਅੱਗੇ, ਉਹ ਅਸੀਂ ਕਿੰਨੇ ਕੁ ਸਾਰਥਕ ਢੰਗ ਨਾਲ ਕਰਦੇ ਹਾਂ। ਕਿਉਂਕਿ ਉਹਦੇ 'ਚ 2 ਮੁੱਦੇ ਮੈਂ ਬੋਲ ਚੁੱਕਿਆ ਅਹਿਮ ਨੇ, ਜਿਹੜੀ ਚੂਨਾ ਕਮੇਟੀ ਹੁਣ ਚਾਹੇ ਕੋਈ ਗੱਲ ਕਹੇ, ਕਿਸ ਤਰ੍ਹਾਂ ਕਵੇ, ਡਿਲੂਟਡ ਵਰਸ਼ਨ ਕਵੇ, ਲੇਕਿਨ ਉਹਦੇ 'ਚ ਇਹ ਸੀ ਕਿ ਲੀਡਰਸ਼ਿਪ ਨੂੰ ਇੱਕ ਵਾਰੀ ਤਿਆਗ ਕਰਨਾ ਚਾਹੀਦਾ। ਕੋਈ ਇਹ ਨਹੀਂ ਕਿਹਾ ਕਿ ਲੀਡਰਸ਼ਿਪ ਨੂੰ ਤਬਦੀਲ ਕਰ ਦੇਣਾ ਚਾਹੀਦਾ। ਚਲੋ, ਤਬਦੀਲ ਤੋਂ ਭਾਵ ਤਿਆਗ ਕਰ ਦਿਓਗੇ ਜੇ ਸਾਰੇ ਜਣੇ, ਤਾਂ ਅਕਾਲੀ ਦਲ ਏਕਤਾ ਦੇ ਮੰਚ ਤੇ ਇਕੱਤਰ ਹੋ ਕੇ ਤਕੜਾ ਹੋ ਜਾਊਗਾ। ਉਹ ਫਿਰ ਤਾਂ ਕਹਿੰਦੇ ਮੈਂ ਤਿਆਗ ਲਈ ਤਿਆਰ ਹਾਂ, ਤੁਹਾਨੂੰ ਕੀ ਲੱਗਦਾ? ਨਹੀਂ ਜੀ, ਉਹ ਤਿਆਗ ਲਈ ਤਿਆਰ ਨੇ ਤਾਂ ਵੈਲਕਮ। ਫਿਰ ਤਾਂ ਮਤਲਬ ਸ਼੍ਰੋਮਣੀ ਅਕਾਲੀ ਦਲ, ਮੈਂ ਨਹੀਂ ਆਉਂਦਾ ਵੀ ਮੈਂ ਉਹਨਾਂ ਦੇ ਕੋਈ ਪ੍ਰਧਾਨ, ਮੇਰੇ ਵੱਲੋਂ ਉਮਰ ਭਰ ਕੋਈ ਵੀ ਪ੍ਰਧਾਨ ਰਵੇ, ਮੈਨੂੰ ਕੋਈ ਇਸ ਤੇ ਨਹੀਂ। ਮੈਂ ਇਹ ਕਹਿ ਰਿਹਾ ਕਿ ਕੌਮ ਨਹੀਂ, ਮੈਂ ਇਹ ਕਹਿ ਰਿਹਾ ਕਿ ਕੌਮ ਇਸ ਵੇਲੇ ਕੀ ਸੋਚ ਰਹੀ ਹੈ। ਮੈਂ ਕਹਿਣਾ ਕਿ ਸੰਗਤ ਕੀ ਸੋਚ ਰਹੀ ਹੈ। ਮੈਂ ਆਪ ਨੂੰ ਬੇਨਤੀ ਕਰਦਾ ਬਹੁਤ ਸੱਚੇ ਹਿਰਦੇ ਨਾਲ, ਦੁਨੀਆ 'ਚ ਬੈਠੇ ਹੋਏ ਅਕਾਲੀ ਦਲ ਦੇ ਹਮਦਰਦ ਕੀ ਸੋਚ ਰਹੇ ਹੈ। ਸਾਡੀ ਸਿੱਖ ਜਿਹੜੀ ਇਸ ਵੇਲੇ ਦਾ ਡਾਇਸਪੋਰਾ ਦੁਨੀਆ ਦੇ ਵਿੱਚ, ਉਹ ਇਹ ਕਹਿੰਦਾ ਹੈ ਕਿ ਤੁਸੀਂ 5 ਵਾਰ ਮੁੱਖ ਮੰਤਰੀ ਰਹੇ, ਬਹੁਤ ਚਲੋ ਚੰਗੇ ਕੰਮ ਵੀ ਹੋਏ, ਕੁਝ ਗਲਤੀਆਂ ਹੁਣ ਤਾਂ ਹਰ ਇੱਕ ਤੋਂ ਹੁੰਦੀਆਂ ਘਾਟਾਂ, ਸ਼ਾਇਦ 5 ਵਾਰੀ ਮੈਂ ਰਿਹਾ ਹੁੰਦਾ ਮੇਥੋਂ ਇਦੋਂ ਵੀ ਵੱਡੀਆਂ ਗਲਤੀਆਂ ਹੋਈ ਹੁੰਦੀਆਂ, ਪਰ ਉਹਨਾਂ ਗਲਤੀਆਂ ਨੂੰ ਕਬੂਲ ਕਰ ਲੈਣਾ ਔਰ ਕਬੂਲ ਕਰਕੇ ਨਵੇਂ ਸਿਰਿਓਂ ਪਾਰਟੀ ਦੇ ਅੰਦਰ ਰੂਹ ਫੂਕ ਦੇਣੀ, ਮੇਰਾ ਇੰਨਾ ਹੀ ਸਾਰੰਸ਼ ਹੈ ਕਹਿਣ ਦਾ। ਬਾਕੀ ਉਹਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਜਾਂ ਮੇਰੇ ਵਿਰੁੱਧ ਕਿਵੇਂ ਮਤੇ ਪਵਾਏ ਜਾਂਦੇ ਹੈ, ਉਹ ਪੋਲਿਟਿਕਸ ਹੁੰਦੀ ਹੈ। ਉਹ ਪੋਲਿਟਿਕਸ ਦੇ ਵਿੱਚ ਨਹੀਂ, ਉਹ ਮਤਾ ਤਾਂ ਮੇਰੇ ਕਹਿੰਦੇ ਵਾਲੇ ਇੱਥੇ 10 ਅਗਸਤ ਨੂੰ ਇਕੱਤਰਤਾ ਕੀਤੀ ਗਈ, ਫਟਾਫਟ ਕਾਲੀ ਨਾਲ ਜ਼ਿਲ੍ਹੇ ਦੇ ਅਹੁਦੇਦਾਰ ਸੱਦੇ ਗਏ, ਮੇਰੇ ਬਹੁਤ ਪਿਆਰੇ ਬੰਦੇ, ਮੇਰੀ ਮਦਦ ਕਰਨ ਵਾਲੇ, ਮੈਨੂੰ ਇਲੈਕਸ਼ਨਾਂ ਦੇ ਵਿੱਚ ਦਿਨ ਰਾਤ ਮੇਰੇ ਨਾਲ ਚੱਲਣ ਵਾਲੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਫਟਾਫਟ ਆਓ ਤੇ ਆਪਾਂ ਇੱਕ ਮਤਾ ਪਾਉਣਾ ਹੈ ਤੇ ਉਹ ਮਤੇ ਦੇ ਰਾਹੀਂ ਆਪਾਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਨਿਰਕਾਸ਼ਿਤ ਕਰਨਾ। ਮੈਂ ਇਹ ਕਹਿ ਰਿਹਾ ਹਾਂ ਕਿ ਜਦੋਂ ਮੈਂ ਖੁਦ ਹੀ ਇਹ ਕਹਿ ਰਿਹਾ ਕਿ ਸਾਨੂੰ ਤਿਆਗ ਦਿਖਾਉਣਾ ਚਾਹੀਦਾ ਤੇ ਸਾਨੂੰ ਤਿਆਗ ਦਿਖਾ ਕੇ ਪਾਰਟੀ ਨੂੰ ਤਕੜਿਆ ਕਰਨਾ ਚਾਹੀਦਾ, ਤਾਂ ਮੈਂ ਸੋਚਦਾ ਮੈਂ ਹੀ ਪਹਿਲਾਂ ਤਿਆਗ ਦਿਖਾ ਦਿਆਂ। ਹਾਲਾਂਕਿ ਢਾਂਚਾ ਤਾਂ ਭੰਗ ਹੈ, ਲੇਕਿਨ ਮੇਰੇ ਕੋਲ ਇੱਕ ਹਲਕਾ ਲੜਨ ਕਰਕੇ ਜਿਹੜੀ ਜ਼ਿੰਮੇਵਾਰੀ ਸੀਗੀ, ਮੈਂ ਇਹ ਕਹਿ ਦਿੱਤਾ ਕਿ ਜਿਹਨੂੰ ਵੀ ਤੁਸੀਂ ਮੁਨਾਸਬ ਸਮਝੋ, ਮੈਂ ਅਕਾਲੀ ਵਰਕਰ ਰਹੂੰਗਾ, ਮੈਂ ਅਕਾਲੀ ਦਲ ਨਹੀਂ ਜ਼ਿੰਦਗੀ ਭਰ ਮੇਰੇ ਟੋਟੇ ਬੰਦ ਕੱਟ ਦਿਓ, ਮੈਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੂੰਗਾ ਵਰਕਰ ਦੇ ਤੌਰ ਤੇ। ਮਗਰ ਮੈਂ ਤੁਹਾਡੀ ਜ਼ਿੰਮੇਵਾਰੀ ਤੁਸੀਂ ਜਿਹੜੀ ਦਿੱਤੀ ਹੈ, ਜਦੋਂ ਤੁਸੀਂ ਮੇਰੇ ਖਿਲਾਫ ਬੇਵਿਸ਼ਵਾਸੀ ਦਾ ਮਤਾ ਹੀ ਪਵਾਤਾ ਔਰ ਮੇਰੇ ਬੰਦਿਆਂ ਤੋਂ ਪਵਾਤਾ, ਬਿਕ ਮੈਂ ਅੰਮ੍ਰਿਤ, ਉਹ ਤੁਸੀਂ ਜ਼ਹਿਰ ਜੀ ਘੋਲਤੀ, ਕੁਝ ਪੋਲੀਟੀਕਲ ਬੰਦੇ ਉਹਦੇ 'ਚ ਸ਼ਾਮਲ ਹੈ, ਮੈਂ ਨਾਂ ਨਹੀਂ ਕਿਸੇ ਦਾ ਲਵਾਂਗਾ, ਤੇ ਉਹਨਾਂ ਨੂੰ ਕਿਹਾ ਗਿਆ ਵੀ ਜਗਮੀਤ ਸਿੰਘ ਬਰਾੜ ਨੂੰ ਅਸੀਂ ਕੱਲ ਨੂੰ ਐਕਸਪੈਲ ਕਰ ਦੇਣਾ ਤੇ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਕਰ ਦਿਓ ਹਲਕੇ ਮੋੜ ਵੱਲੋਂ, ਤਾਂ ਕਿ ਸਾਨੂੰ ਸੌਖਾ ਹੋ ਜਾਵੇ ਵੀ ਮਾਡਲ ਕਈ ਜਾਂਦੇ ਮਾਡਲ ਕਾ
ਉਹਨਾਂ ਸਾਰਿਆਂ ਬੰਦਿਆਂ ਦੇ ਮੈਨੂੰ ਫੋਨ ਆਏ, ਉਹ ਆਂਦੇ ਸਾਨੂੰ ਤਾਂ ਕੋਈ ਇਹੋ ਜਿਹੀਆਂ ਹਦਾਇਤਾਂ ਨਹੀਂ ਸੀਗੀਆਂ ਬਰਾੜ ਸਾਹਿਬ, ਹੁਣ ਉਹ ਤਾਂ ਤੇ ਤੁਸੀਂ ਤਾਂ ਪਾਰਟੀ। ਮੈਂ ਕਿਹਾ ਦੇਖੋ ਮੈਂ ਪਾਰਟੀ ਦੇ ਵਿਰੁੱਧ ਨਹੀਂ ਕੁਛ ਕਿਹਾ, ਮੈਂ ਤਾਂ ਇੱਕ ਪੱਤਰ ਲਿਖਿਆ, ਹੁਣ ਪੱਤਰ ਤੇ ਅਮਲ ਕਰਕੇ ਉਹਦਾ ਮਾਨਾ ਕੀ ਕਰਦੇ ਉਹਨਾਂ ਦੇ। ਸੌਰੀ, ਮੇਰਾ ਸਵਾਲ ਸੀ ਕਿ ਕੀ ਜਗਮੀਤ ਬਰਾੜ ਬਾਦਲਾਂ ਤੋਂ ਬਾਗੀ ਹੋ ਗਈ? ਨਹੀਂ ਨਹੀਂ, ਬਿਲਕੁਲ ਨਹੀਂ। ਦੇਖੋ ਬਾਦਲਾਂ ਤੋਂ ਬਾਗੀ ਹੋਣ ਦਾ ਕੋਈ ਮਤਲਬ ਨਹੀਂ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਹਾਂ। ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦੀ ਪਾਰਟੀ ਨਹੀਂ ਹੈ। ਸੋ ਆਪਾਂ ਜਦੋਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਹੁਣ ਕਹਿੰਦੇ ਆਪਾਂ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਦਸਤਾਵੇਜ਼ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਹੋਇਆ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ, ਜਿਹਦੇ ਵਿੱਚ ਪਾਰਟੀ ਦਾ ਕਨਸਟੀਟਿਊਸ਼ਨ ਹੈ। ਪਾਰਟੀ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਕੀ ਅਸੀਂ ਕਦਮ ਚੱਕੇ ਹੈ ਜਾਂ ਨਹੀਂ ਚੱਕੇ, ਇਹਦੇ ਬਾਰੇ ਮੈਂ ਟਿੱਪਣੀ ਇਸ ਲਈ ਨਹੀਂ ਕਰਨਾ ਚਾਹੁੰਦਾ। ਇਹ ਉਹ ਖੁਦ ਜਾਣਦੇ ਆ, ਇਹ ਮਾਨਯੋਗ ਸਾਰੇ ਲੀਡਰ ਜਾਣਦੇ ਆ ਕਿ ਕੀ ਕੋਈ ਵਰਕਿੰਗ ਕਮੇਟੀ ਹੋਂਦ ਵਿੱਚ ਹੈ, ਜਿਹਦੇ ਬਾਰੇ ਪ੍ਰੇਮ ਸਿੰਘ ਚੰਦੂ ਮਾਜਰਾ ਬੋਲੇ ਹੈ, ਜਿਹਦੇ ਬਾਰੇ ਚਰਨਜੀਤ ਸਿੰਘ ਅਟਵਾਲ ਬੋਲੇ ਹੈ, ਜਿਹਦੇ ਬਾਰੇ ਮਨਪ੍ਰੀਤ ਸਿੰਘ ਆਲੀ ਬੋਲੇ ਹੈ, ਜਿਹਦੇ ਬਾਰੇ ਮਨਜੀਤ ਸਿੰਘ ਜੀ ਬੋਲੇ ਹੈ ਭਾਈ ਸਾਹਿਬ, ਜਿਹਦੇ ਬਾਰੇ ਬਹੁਤ ਸਾਰੇ ਨੇਤਾ, ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਦਾ ਇੱਕ ਪਿਛੋਕੜ ਹੈ, ਇੱਕ ਬੜਾ ਪੰਥਕ ਪਰਿਵਾਰ ਹੈ, ਉਹਨਾਂ ਨੇ ਵੀ ਕੁਝ ਗੱਲਾਂ ਕਹੀਆਂ ਕਿ ਆਪਾਂ ਜਿਹੜਾ ਕਨਸਟੀਟਿਊਸ਼ਨ ਉੱਪਰ ਦਿੱਤਾ ਉਹਦੇ ਮੁਤਾਬਕ ਯਾਰ ਉਹ ਅਮਲ ਕਰ ਲਈਏ ਤਾਂ ਆਪਣੀ ਇੱਜ਼ਤ ਮਾਰ ਰਹੇ ਜੀ, ਹੋਰ ਇਸ ਤੋਂ ਵੱਧ ਕੀ ਹੈ। ਤਾਂ ਮੈਂ ਵੀ ਉਹੀ ਗੱਲ ਕਹੀ ਕਿ ਆਪਾਂ ਢਾਂਚਾ ਭੰਗ ਕਰ ਸਕਦੇ ਸੀ, ਕੀ ਵਰਕਿੰਗ ਕਮੇਟੀ ਹੋਂਦ ਸੀ, ਕੀ ਵਰਕਿੰਗ ਕਮੇਟੀ ਦੀ ਮੀਟਿੰਗ ਕੋਈ ਬੁਲਾਈ ਗਈ। ਇਸ ਕਰਕੇ ਇਹ ਇੱਕ ਟੈਕਨੀਕਲ ਪੁਆਇੰਟ, ਆਲਰੇਡੀ ਅਕਾਲੀ ਦਲ ਤੇ 2 ਕੇਸ ਆਲਰੇਡੀ ਅਦਾਲਤਾਂ ਚਲੇ ਜਾਂਦੇ ਔਰ ਕਈ ਅਣਜਾਣ ਬੰਦੇ ਕਹਿਣ ਲੱਗੇ, ਕਹਿੰਦੇ ਬਰਾੜ ਸਾਹਿਬ ਤਾਂ ਤੁਸੀਂ 1 ਮਿੰਟ ਦੇ ਵਿੱਚ ਹੀ ਮਸਲਾ ਹੱਲ ਹੋ ਜਾਊਗਾ। ਮੈਂ ਕਿਹਾ ਨਾ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਦੇ ਨਾ ਕਿਸੇ ਕੋਰਟ, ਕਿਸੇ ਅਦਾਲਤ 'ਚ ਨਹੀਂ ਜਾਵਾਂਗਾ। ਮੈਂ ਆਪਣੀ ਗੱਲ ਪਾਰਟੀ 'ਚ ਰੱਖੀ ਹੈ, ਪਾਰਟੀ ਦੇ ਫੋਰਮ ਤੇ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ ਮੇਰੀ ਗੱਲ ਸਮਝੀ ਹੈ। ਮੇਰੀ ਗੱਲ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਉਹਨਾਂ ਨੇ ਸਾਰੀ ਗੱਲ ਮੰਨੀ ਹੈ, ਲੇਕਿਨ ਉਹ ਹਮੇਸ਼ਾ ਹਰ ਮੀਟਿੰਗ 'ਚ ਕਹਿੰਦੇ ਰਹੇ ਯਾਰ ਜੋ ਬਰਾੜ ਸਾਹਿਬ ਕਹਿ ਰਹੇ ਆ ਪੰਜਾਬ ਦੇ ਪਾਣੀਆਂ ਤੇ ਕਹਿ ਰਹੇ ਆ, ਸੰਗਰੂਰ ਦੀ ਜਿਮਨੀ ਚੋਣ ਤੇ ਕਹਿ ਰਹੇ ਆ, ਯਾਰ ਇਹਨਾਂ ਦੀ ਵੀ ਗੱਲ ਸੁਣੋ। ਅਕਸਰ ਆਪਾਂ ਇੱਕ ਡੈਮੋਕ੍ਰੈਟਿਕ ਪਾਰਟੀ ਆ, ਆਪਾਂ ਇਹ ਕੋਈ ਪਾ ਦਿਓ ਬਣਾ ਦਿਓ, ਹਿਲਾ ਦਿਓ, ਕਰ ਦਿਓ। ਇਹ ਕੋਈ ਪਾਰਟੀਆਂ ਦਾ ਜਿਹਦਾ ਇੱਕ ਐਡਾ ਗੌਰਵਮਈ ਇਤਿਹਾਸ ਸਾਨੂੰ ਵੇਖ ਰਹੇ ਆ, ਉਹ ਵੱਡਾ ਹੈ ਨਾ, ਉਹ ਪ੍ਰਮਾਤਮਾ ਦੇਖ ਰਿਹਾ ਕਿ ਅਸੀਂ ਪੰਥ ਦੀ, ਸਿੱਖੀ ਦੀ, ਧਾਰਮਿਕ ਰਵਾਇਤਾਂ ਦੀ, ਮਰਿਆਦਾ ਦੀ ਰਾਖੀ ਕਰਨ ਵਾਲਿਆਂ ਚੋਂ ਹੈ। ਤੇ ਕੀ ਸਾਨੂੰ ਕੋਈ ਤੀਜੀ ਸ਼ਕਤੀ ਨਹੀਂ ਦੇਖ ਰਹੀ ਕਿ ਅਸੀਂ ਕੀ ਕਰ ਰਹੇ? ਸੋ ਮੈਂ ਰੋਲ ਪੋਲੀਟਿਕਸ ਨਹੀਂ ਕਰਦਾ, ਮੈਂ ਵਾਹਿਗੁਰੂ ਤੋਂ ਡਰ ਕੇ ਆਣਾ। ਮੇਰੇ ਮਨ 'ਚ ਉਸ ਅਕਾਲ ਪੁਰਖ ਦਾ ਭੈ ਹੈ ਔਰ ਜੋ ਸੱਚ ਹੁੰਦਾ ਉਹਨੂੰ ਮੈਂ ਬਿਆਨ ਕਰ ਦਿੰਦਾ ਇਸ ਲਈ। ਪਰ ਮੇਰੀ ਕੋਈ ਪਰਸਨਲ ਸੁਖਬੀਰ ਸਿੰਘ ਬਾਦਲ ਨਾਲ ਮੇਰਾ ਜਾਂ ਈਵਨ ਮਤਲਬ ਮੈਂ ਤਾਂ ਸਮਝਦਾ ਕਿ ਮੇਰੀਆਂ ਆਪਦੀਆਂ ਭੈਣਾਂ ਤੇ ਹਰਸਿਮਰਤ ਕੌਰ ਬਾਦਲ ਨਾਲ ਮੇਰਾ ਕੋਈ ਡਿਫਰੈਂਸ ਆਫ ਓਪੀਨੀਅਨ, ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਪਰ ਗੱਲ ਮੈਂ ਜਿਹੜੇ ਮੁੱਦੇ ਉਠਾਏ ਹੈ ਉਹਨੂੰ ਟਿਲਟ ਕਰ ਦੇਣਾ ਕਿ ਜਗਮੀਤ ਸਿੰਘ ਬਰਾੜ ਕੋਈ ਚੈਲੰਜ ਹੈ ਸੁਖਬੀਰ ਸਿੰਘ ਬਾਦਲ ਲਈ, ਇਹ ਗੱਲ ਗਲਤ ਹੈ। ਮੈਂ ਉਹਨਾਂ ਲਈ ਕਾਹਦੇ ਲਈ ਚੈਲੰਜ ਹੈ? ਮੈਨੂੰ ਉਹਨਾਂ ਨੇ ਪਾਰਟੀ 'ਚ ਐਡਮਿਟ ਕੀਤਾ, ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਮੈਂ ਕੋਰ ਕਮੇਟੀ ਦਾ ਮੈਂਬਰ, ਮੈਂ ਕਾਹਦੇ ਲਈ ਉਹਨਾਂ ਨਾਲ? ਲੇਕਿਨ ਮੈਂ ਕੁਝ ਬੁਨਿਆਦੀ ਜਿਹੜੇ ਮਸਲੇ ਝੂੰਦਾ ਕਮੇਟੀ ਦੇ ਵਿੱਚ ਹੈ, ਝੂੰਦਾ ਕਮੇਟੀ 'ਚ ਤਿਆਗ ਦੀ ਗੱਲ ਕਹੀ ਗਈ ਹੈ, ਲੀਡਰਸ਼ਿਪ ਦੀ ਚੇਂਜ ਦੀ ਗੱਲ ਕਹੀ ਗਈ ਹੈ, ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਗੱਲ ਕਹੀ ਗਈ ਹੈ। ਹੁਣ ਸਮਾਂ ਇੰਨਾ ਬੀਤ ਚੁੱਕਿਆ, ਉਹ ਫਿਰ ਬਾਅਦ ਦੇ ਵਿੱਚ ਉਹਨਾਂ ਗੱਲਾਂ ਦਾ ਕਰਨ ਦਾ ਲੋਕਾਂ ਦੇ ਵਿੱਚ ਕੋਈ ਅਰਥ ਨਹੀਂ ਰਹਿ ਜਾਂਦਾ। ਤੁਸੀਂ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਨਹੀਂ ਕਰਦਾ, ਪਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ 'ਚ ਇੱਕ ਸ਼ਬਦ ਵਰਤਿਆ ਤੁਸੀਂ ਕਿ ਜਿਹੜਾ ਮਤਾ ਮੇਰੇ ਖਿਲਾਫ ਪਾਇਆ ਗਿਆ ਸੀ ਉਹ ਲੋਕ ਸਭਾ ਚੋਣਾਂ 'ਚ ਹਰਸਿਮਰਤ ਬਾਦਲ ਦੇ ਖਿਲਾਫ ਜਾ ਸਕਦਾ। ਇਹਨੂੰ ਕਿਵੇਂ ਡੀਕੋਡ ਕਰੀਏ? ਨਹੀਂ, ਇਹ ਨਹੀਂ, ਉਹ ਵੀ ਮੈਂ ਤੁਹਾਨੂੰ ਦੱਸਦਾ। ਬਿਲਕੁਲ ਕਿਹਾ ਮੈਂ, ਤੁਸੀਂ ਬਿਲਕੁਲ ਠੀਕ ਹੋ। ਮੈਂ ਇਹ ਕਿਹਾ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਨੁਕਸਾਨ ਨਾ ਹੋਵੇ ਇਸ ਗੱਲ ਦਾ ਕਿ ਮੈਂ ਇੰਚਾਰਜ ਰਹਾਂ। ਵੀ ਮੇਰੇ ਬਾਰੇ ਜਦੋਂ ਬੇਵਿਸ਼ਵਾਸੀ ਪ੍ਰਗਟ ਕਰ ਦਿੱਤੀ ਗਈ ਹੈ ਤੇ ਬਿਖਮੇ ਅੰਮ੍ਰਿਤ ਉਹ ਆਪਾਂ ਜ਼ਹਿਰ ਘੋਲਤਾ ਖੁਦ ਹੀ, ਮਤਲਬ ਬੰਦਿਆਂ ਨੂੰ ਮਤਾ, ਉਹ ਬੰਦੇ ਮੇਰੇ ਵਾਕਫ ਹੈ, ਉਹ ਮੈਨੂੰ 20 ਸਾਲ ਤੋਂ ਜਾਣਦੇ ਹੈ। ਉਹ ਕਹਿੰਦੇ ਤੁਸੀਂ ਗਲਤੀ ਤਾਂ ਕੋਈ ਕੀਤੀ ਨਹੀਂ, ਸਾਨੂੰ ਕਹੀ ਜਾਂਦੇ ਦਸਖਤ ਕਰੋ, ਸਾਡੇ ਨਾਂ ਲਿਖੇ ਹੋਏ ਅਸੀਂ ਦਸਖਤ ਕਰ ਦਿੰਦੇ। ਮੈਂ ਕਿਹਾ ਚਲੋ ਮੈਂ ਹੀ ਮਾਫੀ ਮੰਗ ਲੈਣਾ, ਮੈਂ ਅਕਾਲੀ ਦਲ ਦਾ ਵਰਕਰ, ਢਾਂਚਾ ਤਾਂ ਵੈਸੇ ਹੀ ਭੰਗ ਹੈ, ਇੰਚਾਰਜ ਦਾ ਵੈਸੇ ਹੀ ਕੋਈ ਨਹੀਂਗਾ, ਜਾਂ ਜਿਹੜੇ 2-2 ਹਲਕਿਆਂ ਦੇ ਇੰਚਾਰਜ ਕੋਈ ਬਣਨਾ ਚਾਹੁੰਦਾ, 3 ਦਾ ਬਣਨਾ, 4 ਦਾ ਬਣਨਾ, ਮੈਨੂੰ ਇਹ ਵੀ ਕੋਈ ਇਤਰਾਜ਼ ਨਹੀਂ। ਪਰ ਅਕਾਲੀ ਦਲ ਨੇ 13 ਨੁਕਾਤੀ ਪ੍ਰੋਗਰਾਮ 'ਚ ਕਰ ਦਿੱਤਾ ਹੈ ਹੁਣ ਕਿ 2 ਪਰਿਵਾਰ ਦੇ ਕਿਸੇ ਜੀਆਂ ਨੂੰ ਟਿਕਟ ਨਹੀਂ ਮਿਲੂਗੀ, 1 ਪਰਿਵਾਰ ਦੇ। ਹੁਣ ਉਹਦੀ ਇੰਟਰਪ੍ਰੀਟੇਸ਼ਨ ਦੇਖੋ, ਉਹਦੀ ਇੰਟਰਪ੍ਰੀਟੇਸ਼ਨ ਉਹ ਨਹੀਂ ਕੋਈ ਗਲਤ ਕਰ ਰਹੇ, ਪਰ ਇੰਟਰਪ੍ਰੀਟੇਸ਼ਨ ਉਹਦੀ ਕੀ ਕੀਤੀ ਜਾਵੇ ਵੀ ਪਰਿਵਾਰ 'ਚੋਂ 1 ਨੂੰ ਮਿਲੂਗੀ, ਫਿਰ ਪਰਿਵਾਰ ਤਾਂ ਬਹੁਤ ਜ਼ਿਆਦਾ ਹੈਗੇ ਆ। ਇਹ ਤਾਂ ਫੈਸਲਾ ਉਹਨਾਂ ਨੇ ਕਰਨਾ। ਪਰ ਇੱਕ ਵਾਰੀ ਇੱਕ ਬੰਦਾ ਜੋ ਲੋਕ ਸਭਾ ਲੜੇ ਲੜ ਸਕਦੇ ਆ, ਜੋ ਵਿਧਾਨ ਸਭਾ ਲੜੇ ਲੜ ਸਕਦੇ ਆ। ਮੇਰਾ ਇਹ ਓਪੀਨੀਅਨ ਸੀਗਾ। ਮੈਂ ਕਿਹਾ ਅਗਰ ਸਾਈਮਲਟੇਨੀਅਸ ਇਲੈਕਸ਼ਨ ਹੋਵੇ
ਫੋਰ ਐਗਜ਼ਾਮਪਲ ਲੋਕ ਸਭਾ ਤੇ ਵਿਧਾਨ ਸਭਾ ਦੀ, ਉਦੋਂ ਦੋ ਪਰਿਵਾਰ ਦੇ ਟਿਕਟਾਂ ਦੇਣੀ ਗਲਤ ਹੈ। ਫੋਰ ਐਗਜ਼ਾਮਪਲ ਲੋਕ ਸਭਾ ਦੇ ਵੇਲੇ ਇੱਕ ਲੜ ਰਿਹਾ ਕੋਈ ਵੀ, ਮੈਂ ਜਾਂ ਤੁਸੀਂ ਜਾਂ ਹਰਸਿਮਰਤ ਜੀ ਜਾਂ ਕੋਈ ਵੀ, ਜਾਂ ਬਿਕਰਮ ਸਿੰਘ ਜੀ ਜਾਂ ਕੋਈ, ਤਾਂ ਉਹ ਲੜ ਸਕਦਾ। ਲੇਕਿਨ ਅਗਾਂਹ ਪਰਿਵਾਰਾਂ ਦੇ ਪਰਿਵਾਰ ਜਿਹੜੇ ਮਤਲਬ, ਕਿਉਂਕਿ ਅਸੀਂ ਇੱਕ ਦੇਖੋ ਨਾ ਹੁਣ ਇਹਦੇ 'ਚ ਤਾਂ ਸਾਰੀ ਦੁਨੀਆ ਹੀ ਇਹ ਕਹਿੰਦੀ ਹੈ ਕਿ ਤਾਕਤ ਸੱਤਾ 'ਚ ਆ ਕੇ ਅਸੀਂ ਕਾਫੀ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ। ਮਤਲਬ ਇੱਕ ਹੁੰਦਾ ਹੈ ਕੁਝ ਸਿਆਸਤ ਕਰ ਰਹੇ ਆ, ਉਹਨਾਂ ਦੇ ਗਾਂ ਬੱਚੇ ਜਾਂ ਉਹਨਾਂ ਦੇ ਭਰਾ ਵੀ ਸਿਆਸਤ ਕਰਦੇ, ਲੇਕਿਨ ਫੋਰ ਐਗਜ਼ਾਮਪਲ ਇਨ ਮਿਨਿਸਟਰੀ ਇਨ ਕੈਬਨਿਟ ਲੋਕ ਇਹ ਮਤਲਬ ਸਵਾਲ ਕਰਦੇ ਆ। ਇਹ ਮੈਂ ਨਹੀਂ ਕੋਈ ਸਵਾਲ ਕਰ ਰਿਹਾ, ਮੇਰੇ ਉਧਰ ਸਮਾਂ 10 ਸਾਲ ਜਿਨ੍ਹਾਂ ਨੇ ਹੰਡਾ ਲੀਆਂ ਤਾਕਤਾਂ ਉਹ ਰਹਿ ਲਏ ਜੋ ਬਣ ਗਏ, ਮੈਂ ਉਹਨਾਂ ਤੇ ਕਿਉਂ ਟਿੱਪਣੀ ਕਰਾਂ। ਲੇਕਿਨ ਸਵਾਲ ਇਹ ਹੈਗਾ ਕਿ ਕਿਤੇ ਨਾ ਕਿਤੇ ਜਿਹੜੀ ਇਹ 13 ਨੁਕਾਤੀ ਉਹਨਾਂ ਨੇ ਪ੍ਰੋਗਰਾਮ ਦਿੱਤਾ, ਅਗਰ ਇਹ ਸਹੀ ਮਾਇਨੇ 'ਚ ਲਾਗੂ ਹੋਏ ਔਰ ਉਹਦੇ 'ਚ ਦੋ ਮੁੱਖ ਮੁੱਦੇ ਜਿਹੜੇ ਮੌਲਿਕ, ਉਹਨਾਂ ਤੇ ਵੀ ਕੋਈ ਕਦਮ ਚੱਕਿਆ ਜਾਣਾ ਚਾਹੀਦਾ। ਇਸੇ ਲਈ ਮੈਂ ਸੁਜੈਸਟ ਕੀਤਾ ਸੀ। ਇਦੋਂ ਮੈਂ ਨਹੀਂ ਜਾਣਦਾ ਕਿ ਸਾਹਿਬ ਬਲਵਿੰਦਰ ਸਿੰਘ ਭੁੰਦਰ ਸਭ ਤੋਂ ਸਿੰਸੀਅਰ, ਸਭ ਤੋਂ ਲਾਇਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਫੈਮਿਲੀ ਦੇ ਮੇਰੀਆਂ ਬਹੁਤ ਯਾਦਾਂ ਹੈ 1973 ਤੋਂ ਲੈ ਕੇ ਉਹਨਾਂ ਨਾਲ। ਉਹ ਬਹੁਤ ਉਹਨਾਂ ਨੇ ਪੰਜਾਬ ਦੇ ਪਾਣੀਆਂ ਤੇ ਬੜੀ ਵਫਾਦਾਰੀ ਨਾਲ ਹਰ ਗੱਲ ਕੀਤੀ। ਅੰਦਰ ਵੀ ਲੜਾਉਣੋਂ ਉਠਾਉਂਦੇ ਹੈ, ਅੰਦਰ ਵੀ ਉਹਨਾਂ ਦਾ ਹੁੰਦਾ ਹੈ, ਉਹ ਦਾਨਾ ਪੁਰਸ਼ ਹੈ, ਉਹਨੂੰ ਕਹਿੰਦੇ ਨਹੀਂ ਇਹ ਨਹੀਂ, ਉਹਨਾਂ ਦੀ ਗੱਲ ਵੀ ਠੀਕ ਹੈ, ਇਹਨਾਂ ਦੀ ਵੀ ਠੀਕ ਹੈ ਨਾ। ਮੇਰਾ ਕਹਿਣ ਤੋਂ ਭਾਵ ਹੈ ਕਿ ਉਹਨਾਂ ਨੇ ਮੇਰੀ ਗੱਲ ਸਮਝ ਕੇ ਜਾਂ ਮੇਰੀ ਗੱਲ ਨੂੰ ਸੁਝਾਅ ਨੂੰ ਮੰਨ ਕੇ, ਉਹਨਾਂ ਦੇ ਵੀ ਇਹੀ ਸੁਝਾਅ ਸੀ, ਉਹਦੇ ਚੋਂ ਤੁਸੀਂ ਪੜ੍ਹ ਲਓ 13 ਨੁਕਾਤੀ ਪ੍ਰੋਗਰਾਮ ਤੇ ਮੇਰੀ ਚਿੱਠੀ ਹੈ, ਉਹ ਤਾਂ ਮਈ ਦੀ ਲਿਖੀ ਹੈ ਨਾ, ਤੇ ਹੁਣ ਕਿਹੜਾ ਮਹੀਨਾ ਆ ਗਿਆ, 13 ਨੁਕਾਤੀ ਪ੍ਰੋਗਰਾਮ ਉਹੀ ਗੱਲਾਂ ਨੇ ਜੋ ਮੈਂ ਕਹੀਆਂ, ਪਰ ਮੁੱਖ ਮੁੱਦੇ ਦੋ ਰਹਿ ਗਏ। ਹਾਂ, ਉਹਨਾਂ ਤੇ ਹੁਣ ਉਹ ਉਹਨਾਂ ਦਾ ਅੰਤਮ ਨਿਰਣਾ ਹੈ। ਕੋਈ ਮੈਂ ਕਿਸੇ ਦੀ ਕਲਮ ਫੜਾ ਕੇ ਨਹੀਂ ਕਿਸੇ ਨੂੰ ਮਜਬੂਰ ਕਰ ਸਕਦਾ ਕਿ ਆਹ ਕਰੋ, ਇਹ ਉਹਨਾਂ ਦਾ ਨਿੱਜੀ ਫੈਸਲਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੈਂ ਮਿਲਿਆ, 2 ਘੰਟੇ ਬੰਦ ਕਮਰਾ ਮੇਰੀ ਮੁਲਾਕਾਤ ਹੋਈ। ਮੈਂ ਉਹਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕੀਤੀ ਹੈ। ਦੇਖੋ ਲੋਕਾਂ ਦੇ ਅੰਦਰ ਕਈ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ, ਲੇਕਿਨ ਉਹ ਮੈਂ ਜਿਹੜਾ ਪੱਤਰ ਲਿਖਿਆ, ਮੈਂ ਇਹ ਕਿਹਾ ਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ। ਆਪਾਂ ਇਹ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਟਾਈਮ ਨਹੀਂ ਦਿੰਦੇ, ਅਕਾਲੀ ਦਲ ਨੂੰ ਟਾਈਮ ਨਹੀਂ ਦਿੰਦੇ, ਪ੍ਰਧਾਨ ਨੂੰ ਟਾਈਮ ਨਹੀਂ ਦਿੰਦੇ, ਪ੍ਰਾਈਮ ਮਿਨਿਸਟਰ ਨਹੀਂ ਮਿਲਦਾ। ਮੈਂ ਕਿਹਾ ਇਹ ਗੱਲ ਮੈਨੂੰ ਨਹੀਂ ਇਹ ਜਾਪਦਾ ਕਿ ਅਗਰ ਸਿੱਖ ਸੰਪਰਦਾਵਾਂ ਔਰ ਅਗਰ ਸਾਰੇ ਰਲ ਕੇ ਅਸੀਂ ਮਾਈਨੋਰਿਟੀ ਕਮਿਸ਼ਨ ਦਾ ਵੀ ਹੁਣ ਤਾਂ ਚੇਅਰਮੈਨ ਜਿਹੜੇ ਇਕਬਾਲ ਸਿੰਘ ਲਾਲਪੁਰਾ ਨੇ, ਔਰ ਬੜੇ ਉੱਚ ਪਾਏ ਤੇ ਗੁਰਸਿੱਖ ਨੇ, ਵਿਦਵਾਨ ਨੇ, ਪੰਜਾਬ ਦੀ ਪੋਲਿਟਿਕਸ ਨੂੰ ਅੰਡਰਸਟੈਂਡ ਕਰਦੇ ਆ। ਲਓ ਆਹ ਸਾਰੇ ਬੰਦੇ ਇਕੱਠੇ ਹੋ ਕੇ ਇਕਬਾਲ ਸਿੰਘ ਕੋਲੇ ਹੀ ਚਲੇ ਜਾਣ, ਲਾਲਪੁਰਾ ਜੀ ਕੋਲੇ, ਕਿ ਲਾਲਪੁਰਾ ਜੀ ਸਾਡੀ ਗੱਲ ਪ੍ਰਧਾਨ ਮੰਤਰੀ ਨੂੰ ਕਹਿ ਦਿਓ, ਜਿਹੜੇ ਬੰਦੇ ਕੈਦਾਂ ਪੂਰੀਆਂ ਕਰ ਹਟੇ ਉਹਨਾਂ ਨੂੰ ਛੱਡ ਦਿਓ, ਤੇ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਸਾਡਾ ਜਾਇਜ਼ ਪ੍ਰਿੰਸੀਪਲ ਮਸਲਾ ਹੈ। ਹਾਂ, ਇਸ ਤੋਂ ਅੱਗੇ ਅਗਰ ਤਿੰਨੋਂ ਇਹ ਲੀਡਰ, ਸੁਖਦੇਵ ਸਿੰਘ ਜੀ ਢੀਂਡਸਾ, ਪਰਮਿੰਦਰ ਸਿੰਘ ਉਹਨਾਂ ਦੇ ਬੇਟੇ, ਇੱਧਰ ਨਾਲ ਰਵਿੰਦਰ ਸਿੰਘ ਜੀ, ਇੱਧਰਲੇ ਪਾਸੇ ਸਿਮਰਨਜੀਤ ਸਿੰਘ ਮਾਨ ਸਿੰਘ ਜੀ, ਚਲੋ ਉਹਨਾਂ ਦੀ ਆਪਦੀ ਵਿਚਾਰ, ਹਰ ਉਹਨਾਂ ਦੇ ਵਿਚਾਰ ਨਾਲ ਨਾ ਮੇਰੇ ਨਾਲ ਸਹਿਮਤ ਹੈ, ਨਾ ਮੈਂ ਉਹਨਾਂ ਨਾਲ ਸਹਿਮਤ, ਪਰ ਬੰਦੀ ਸਿੱਖਾਂ ਤੇ ਤਾਂ ਅਸੀਂ ਸਹਿਮਤ ਹੈ ਨਾ, ਪੰਜਾਬ ਦੇ ਪਾਣੀਆਂ ਤੇ ਤਾਂ ਅਸੀਂ ਸਹਿਮਤ ਹੈ ਨਾ, ਵਧੇਰੇ ਅਧਿਕਾਰਾਂ ਤੇ ਤਾਂ ਅਸੀਂ ਸਹਿਮਤ ਹੈ। ਅਸੀਂ ਇਸ ਗੱਲ ਤੇ ਸਹਿਮਤ ਹਾਂ ਕਿ ਪਤਿਤਪੁਣੇ ਦੀ ਲਹਿਰ ਬਹੁਤ ਵੱਧ ਰਹੀ ਹੈ, ਇਹਦੇ ਤੇ ਕੁਛ ਨਾ ਕੁਛ ਅਸੀਂ ਕੰਸੈਂਸਸ ਕਰੀਏ, ਕੋਈ ਮੁੱਠਤਾ ਨਾਲ ਅਸੀਂ ਕੰਮ ਕਰੀਏ। ਇਸੇ ਤਰੀਕੇ ਨਾਲ ਮੈਂ ਹੁਣ ਫੈਡਰੇਸ਼ਨ ਦੇ ਸਮਾਗਮ 'ਚ ਹੋ ਕੇ ਆਇਆ, ਬੜੇ ਤੁਹਾਡੇ ਵਾਂਗੂ, ਚਲੋ ਮੈਨੂੰ ਮੈਂ ਪਰਸਨਲ ਗੱਲ ਕਰ ਰਿਹਾ, ਮੈਨੂੰ ਮੇਰਾ ਚਿਹਰਾ ਨੂਰ ਖੁਸ਼ ਹੋ ਜਾਂਦਾ ਜਦੋਂ ਤੁਹਾਡੇ ਵਰਗੇ ਗੁਰਸਿੱਖ ਜਿਹੜੇ ਇਸ ਉਮਰ 'ਚ ਜਿਹੜੇ ਪੂਰਨ ਨੇ, ਜਿਹੜੇ ਇੱਕ ਇਮੇਜ ਦਿੰਦੇ ਆ, ਪ੍ਰਭਾਵ ਦਿੰਦੇ ਆ। ਇਸ ਤਰੀਕੇ ਨਾਲ ਮੈਂ ਜਦੋਂ ਫੈਡਰੇਸ਼ਨ ਦੇ ਸਮਾਗਮ ਜਾ ਕੇ ਆਇਆ, ਬਹੁਤ ਮਾਝੇ ਦੇ ਵਿੱਚ ਅੰਮ੍ਰਿਤਧਾਰੀ ਨੌਜਵਾਨ ਬੱਚੇ ਜਿਹੜੇ ਕੌਮ ਦੀ ਸੇਵਾ ਕਰਨਾ ਚਾਹੁੰਦੇ, ਉਹ ਅੱਗੇ ਆਉਣਾ ਚਾਹੁੰਦੇ, ਉਹਨਾਂ ਨੂੰ ਆਪਾਂ ਨੂੰ ਇਨਕਰੇਜ ਕਰਨਾ ਚਾਹੀਦਾ, ਉਹਨਾਂ ਪਰਿਵਾਰਾਂ। ਡਾਕਟਰ ਸਾਹਿਬ, ਮੈਂ ਇਹ ਪੁੱਛ ਰਿਹਾ ਸੀ ਕਿ ਤੁਸੀਂ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਨਾਂ ਲਿਆ, ਕੀ ਤੁਹਾਡੇ ਖਿਲਾਫ ਮਤਾ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪਵਾਇਆ? ਦੇਖੋ ਨਹੀਂ, ਮੈਂ ਇਹ ਨਹੀਂ ਕਹਾਂਗਾ। ਉਹ ਕਿਹਾ ਇਹ ਜਾਂਦਾ ਕਿ ਇੱਥੇ ਲੋਕਲ ਬੰਦੇ ਜੇ ਕਿਉਂਕਿ ਵਿਸ਼ਵਾਸ ਪਾਤਰ ਨੇ ਬਾਦਲ ਪਰਿਵਾਰ ਦੇ, ਤੇ ਵਿਸ਼ਵਾਸ ਪਾਤਰ ਨੇ ਹੋਰਾਂ ਦੇ, ਮਤਲਬ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਮਤਾ ਪੈ ਸਕਦਾ ਸੀ। ਮੇਰੇ ਕਹਿਣ ਦਾ ਮਤਲਬ ਹੈ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਥੋੜੀ ਮਤਾ ਪੈ ਸਕਦਾ ਸੀ। ਉਹਨਾਂ ਦੇ ਪੀਏ ਸੈਕਟਰੀਜ਼ ਨੇ ਵੀ ਫੋਨ ਕੀਤੇ, ਜਦੋਂ ਮੈਂ ਸੱਚ ਹੀ ਬੋਲਦਾ ਤਾਂ ਮੈਂ ਕਿਉਂ ਕੋਈ ਲੁਕੋਵਾਂ ਗੱਲ, ਵਾਹਿਸ਼ਰਾ ਹੈ, ਮੈਂ ਕੋਈ ਪੋਲੀਟਿਕਸ ਨਹੀਂ ਕਰ ਰਿਹਾ। ਉਹਨਾਂ ਦੇ ਪੀਏ ਸੈਕਟਰੀਜ਼ ਨੇ ਕੁਝ ਲੋਕਾਂ ਨੂੰ ਫੋਨ ਕੀਤਾ, ਕਿਉਂਕਿ ਉਹਦੇ ਉਤੇਜਨਾ ਜੀ ਵੱਧ ਗਈ ਸੀ। ਕਿਸੇ ਇੱਕ ਲੀਡਰ ਦਾ ਫੋਨ ਆਇਆ ਚੰਡੀਗੜ੍ਹੋਂ ਕਿ ਵੀ ਅਸੀਂ ਕੱਲ੍ਹ ਨੂੰ ਜਗਮੀਤ ਸਿੰਘ ਬਰਾੜ ਦੇ ਫਾਂਸੀ ਦਾ ਰੱਸਾ ਤਿਆਰ ਹੈ, ਸਾਰਾ ਕੋਈ ਢਾਂਚਾ ਸਭ ਬੁਲਾ ਲਏ ਗਏ ਔਰ ਉਹਨਾਂ ਨੂੰ ਫਾਂਸੀ ਲੱਗ ਜਾਣੀ ਹੈ, ਤੇ ਤੁਸੀਂ ਪਹਿਲਾਂ ਲਾਓ ਉਹਨਾਂ ਨੂੰ ਤਾਂ ਕਿ ਸਾਨੂੰ ਸੌਖਾ ਹੋਵੇ ਐਵੀਡੈਂਸ ਦੇਣਾ ਕਿ ਉਹਨਾਂ ਨੇ ਪਹਿਲਾਂ ਟੰਗਤਾ, ਹੁਣ ਅਸੀਂ ਟੰਗਤਾ। ਫਿਰ ਇਹ ਵੀ ਬੋਲੇ ਭੈੜੇ ਸ਼ਬਦ ਵੀ, ਇੱਕ ਲੀਡਰ ਬੋਲਿਆ, ਕਹਿੰਦਾ ਇੱਕ ਕਾਂ ਟੰਗ ਦਿਓ,
ਕਾਂ ਹੋ ਜੂਗੀ ਜੀ, ਪੰਥ ਦੀ ਹੋ ਜੂ ਚੜ੍ਹਦੀ ਕਲਾ, ਤੇ ਆਪਾਂ ਅਕਾਲੀ ਦਲ ਬਸ ਬੱਲੇ ਬੱਲੇ। ਮੇਰੇ ਕਹਿਣ ਦਾ ਮਤਲਬ, ਮੈਂ ਇਸ ਈਡੀਅਮ ਚ ਨਾ ਕਦੇ ਗੱਲ ਕੀਤੀ ਹੈ। ਮੈਂ ਕਿਸੇ ਲੀਡਰ ਦਾ ਅੱਜ ਤਾਈਂ ਜ਼ਿੰਦਗੀ 'ਚ ਕੋਈ ਅਪਸ਼ਬਦ ਨਹੀਂ ਬੋਲਿਆ ਕਦੇ ਕਿਸੇ ਬਾਰੇ। ਇਹ ਵਿਚਾਰਧਾਰਕ ਗੱਲਾਂ ਜ਼ਰੂਰ ਹੁੰਦੀਆਂ ਰਹੀਆਂ। ਸੋਨੀਆ ਗਾਂਧੀ ਨਾਲ ਡਿਫਰੈਂਸਿਸ ਹੋ ਗਏ, ਰਾਹੁਲ ਗਾਂਧੀ ਨਾਲ ਡਿਫਰੈਂਸਿਸ ਹੋ ਗਏ। ਅੱਜ ਉਹ ਪਦ ਯਾਤਰਾ ਜਿਹੜੀ ਮੈਂ 2014 ਚ ਕਹੀ ਕਿ ਦੇਸ਼ ਕਾ ਭ੍ਰਮਣ ਕਰੋ, ਆਪ ਨਿਕਲੋ, ਅਹੁਦੇ ਤਾਂ ਤੁਹਾਡੇ ਪਿੱਛੇ ਫਿਰਨਗੇ। ਅੱਜ ਉਹ ਸਿਮਿਲੈਰਿਟੀ ਯੋਗਿੰਦਰ ਯਾਦਵ ਵਰਗਾ ਬੰਦਾ, ਇੱਕ ਵਿਚਾਰਕ ਬੰਦਾ, ਉਹ ਇਹ ਸੋਚ ਰਿਹਾ ਕਿ ਦੇਸ਼ ਦੀ ਪੋਲਿਟਿਕਸ ਕੀ ਟਰਨ ਲੈ ਰਹੀ ਹੈ। ਔਰ ਉਹ ਤਾਂ ਮੈਂ ਤਾਂ ਉਹਨਾਂ ਨੂੰ ਕੁਝ ਸੁਝਾਅ ਹੀ ਦਿੱਤੇ ਸੀ। ਹੁਣ ਉਹ 2014 ਚ ਸੁਝਾਅ ਦਿੱਤੇ ਤੇ 22 ਤਾਈਂ ਕੁਝ ਨਹੀਂ ਹੋਇਆ, ਕੰਮ ਸਾਫ਼ ਹੋ ਗਿਆ। ਮੇਰਾ ਸੁਝਾਅ ਇਹ ਬਹੁਤ ਦ੍ਰਿੜ ਹੈ। ਮੈਂ ਕੋਈ ਇਹ ਐਂਟੀ ਪਾਰਟੀ ਐਕਟੀਵਿਟੀ ਨਹੀਂ ਹੈ। ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਅਗਰ ਸੁਖਬੀਰ ਸਿੰਘ ਜੀ ਬਾਦਲ, ਅਗਰ ਜਿਹੜੇ ਲੀਡਰਸ ਨੇ, ਜਿਹੜੇ ਸਾਰੇ ਐਸਟੈਬਲਿਸ਼ਡ ਲੀਡਰਸ ਨੇ, 20 ਸਾਲ 10 ਸਾਲ ਵਜ਼ਾਰਤਾਂ ਮਾਣੀਆਂ, ਅਗਰ ਉਹ ਤਿਆਗ ਇੱਕ ਵਾਰੀ ਕਰ ਦੇਣ, ਅਕਾਲ ਤਖਤ ਸਾਹਿਬ ਦੇ ਸਾਹਮਣੇ ਕਰ ਦੇਣ, ਆਪਦੇ ਮਨ ਨਾਲ ਕਰ ਲੈਣ, ਮਹਾਰਾਜ ਦੀ ਹਜ਼ੂਰੀ 'ਚ ਕਰ ਲੈਣ, ਤੇ ਲੋਕ ਜਿਹੜੇ ਨੇ ਉਹ ਅਕਾਲੀ ਦਲ ਨੂੰ ਮਜ਼ਬੂਤ ਕਰ ਦੇਣਗੇ। ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ? ਤੁਸੀਂ 2014 ਦੀ ਗੱਲ ਕੀਤੀ ਹੈ, ਅੱਜ ਰਾਹੁਲ ਨਿਕਲਿਆ ਭਾਰਤ ਜੋੜੋ ਯਾਤਰਾ ਤੇ। ਮੈਂ ਇਹ ਗੱਲ ਕਰਦਾ ਇਸ ਕਰਕੇ ਚੰਗਾ ਨਹੀਂ ਲੱਗਦਾ ਕਿ ਲੋਕ ਇਹ ਕਹਿਣਗੇ ਇਹ ਕੀ ਜਗਮੀਤ ਸਿੰਘ ਦਾ ਇਹੀ ਕੰਮ ਹੈ ਕਿ ਵਰਕਿੰਗ ਕਮੇਟੀ ਦਾ ਸੀਨੀਅਰ ਮੈਂਬਰ ਹੋ ਕੇ ਡਾਕਟਰ ਮਨਮੋਹਨ ਸਿੰਘ ਦੀ ਹਾਜ਼ਰੀ 'ਚ ਕਹਿ ਸਕਦਾ ਹੈ ਕਾਂਗਰਸ ਪ੍ਰੈਜ਼ੀਡੈਂਟ ਦੀ ਕਿ 44 ਬੰਦੇ ਜਿੱਤ ਕੇ ਆਏ ਨੇ, ਮੈਂ ਤੁਹਾਡੀ ਵਰਕਿੰਗ ਕਮੇਟੀ ਦਾ ਮੈਂਬਰ ਹਾਂ, ਪਰਮਾਨੈਂਟ ਇਨਵਾਈਟੀ 8 ਸਾਲ ਤੋਂ। ਮੇਰਾ ਇਹ ਸੁਝਾਅ ਹੈ ਕਿ ਤੁਸੀਂ ਕਲੈਕਟਿਵ ਲੀਡਰਸ਼ਿਪ ਥਰੋ ਕਰੋ ਔਰ ਉਦੋਂ ਬਾਅਦ ਲੋਕ ਤੁਹਾਨੂੰ ਆਵਾਜ਼ਾਂ ਮਾਰਨਗੇ ਦੁਬਾਰਾ। ਕਿਉਂਕਿ ਅਕਸਰ ਚਲੋ ਉਸ ਵੇਲੇ ਦੀ ਗੱਲ ਮੈਂ ਕਰ ਰਿਹਾ, ਨਹਿਰੂ ਪਰਿਵਾਰ ਦਾ, ਉਹਨਾਂ ਦਾ ਅਕਸਰ ਯੋਗਦਾਨ, ਅਕਸਰ 130 ਵਰਿਆਂ ਦੇ ਇਤਿਹਾਸ ਕਾਂਗਰਸ ਦਾ ਯੋਗਦਾਨ, ਇਸੇ ਤਰ੍ਹਾਂ ਅਕਾਲੀ ਦਲ ਦੇ ਇਤਿਹਾਸ 'ਚ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ 70 ਵਰਿਆਂ ਦਾ ਯੋਗਦਾਨ ਹੈ। ਮੈਂ ਕੋਈ ਉਸ ਗੱਲ ਨੂੰ ਇਗਨੋਰ ਕਰਾਂ ਜਾਂ ਮੈਂ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਇਗਨੋਰ ਕਰਾਂ ਜਾਂ ਉਹਨਾਂ ਦੇ ਚੰਗੇ ਕੰਮਾਂ ਨੂੰ ਇਗਨੋਰ ਕਰਾਂ, ਇਹ ਤਾਂ ਹੋਏਗਾ ਨਾ ਕਿ ਇੱਕ ਤੀਜੇ ਦਰਜੇ ਦੀ ਜਿਹੜੀ ਖੇਕਾਰੀ ਹੁੰਦੀ ਹੈ ਨਾ। ਆਈ ਸਲੂਟ ਜੋ ਉਹਨਾਂ ਨੇ ਕੰਮ ਕੀਤੇ ਹੈ, ਲੇਕਿਨ ਜੋ ਗਲਤੀਆਂ ਹੋ ਗਈਆਂ, ਬੰਜਰ ਗਲਤੀਆਂ ਹੋ ਜਾਂਦੀਆਂ, ਉਹਨਾਂ ਗਲਤੀਆਂ ਦਾ ਖਮਿਆਜ਼ਾ ਔਰ ਉਸ ਦਾ ਅਕਾਲੀ ਦਲ ਨਾ ਭੁਗਤੇ, ਪਾਰਟੀ ਨਾ ਭੁਗਤੇ, ਥੋੜਾ ਜਿਹਾ ਆਪ ਗਵਾਈਏ ਤਾਂ ਸੌ ਪਾਈਏ। और कैसी चतराई, और वो कट कट के अंतर की जानत, भले बुरे की पीर पछानत, वो देख रहा है ना। तीजी शक्ति में मैनू बहुत दृढ़ विश्वास, आज मैं पहली बार किसी इंटरव्यू च बैठा तुहाडे सामने कह रहा है कि मैनू ये थोड़ी 2 महीनों तो जी मैं ध्यान किया, मैडिटेशन थोड़ी जी की, जो अकाल पुरख ने कृपा की, सोई सिमरे जनाब सिमराए, वो बंदा सोचता है। मैनू उस ध्यान चों ये आवाज़ आई है कि उठ और तू इस मुद्दे ते अकाली दल की एकता ते, पंथक एकता ते, बाजा वाले दे पंथ दा बहुत वड्डा अजमत दा सवाल है। हो इकट्ठे तकड़े हो, नथिंग, नो पॉलिटिक्स, कोई टिकट ना दो मैनू, कोई मैनू इलैक्शन ना लड़ाओ, कोई मैनू अहुदा ना दो, आई एम लीस्ट कंसर्न अबाउट इट। मेरा प्रायोरिटी है कि पंजाब के पानियां दा, सतलुज यमुना लिंक का, शारदा यमुना लिंक का अल्टरनेटिव वो मैं पुट अप करता है, वो अंकड़े देते हैं। पंजाब का 75% पानी, मैं सुप्रीम कोर्ट के एज एन एडवोकेट, आई एम एन एडवोकेट, आई कैन आर्ग्यू, मैं ये अंकड़े लेटेस्ट दूंगा कि तुम अंकड़े चक्की फिरदे हो 50 साल पुराने। ਤੁਸੀਂ ਕਹੀ ਜਾਂਦੇ ਹੋ ਪੰਜਾਬ ਕੋਲੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿੱਚ ਪਾਣੀ ਦੇਣ ਨੂੰ 1.18 ਮਿਲੀਅਨ ਏਕੜ ਫੁੱਟ ਪਾਣੀ ਹੈ। ਸਾਡੇ ਕੋਲੇ ਉਹ ਠੀਕ ਗੀਤ ਗਾਇਆ, ਜੜਾਂ ਨੂੰ ਆਵਾਜ਼ਾਂ ਮਾਰਦਾ ਸੀ ਉਹ ਬੰਦਾ, ਉਹ ਆਪਦੀਆਂ ਜੜਾਂ ਨੂੰ ਪੁਕਾਰਦਾ ਸੀ। ਔਰ ਉਹ ਮਾਨਸਾ ਦੀ ਧਰਤੀ ਤੇ ਹੀ ਪਹਿਲੀ ਕਾਨਫਰੰਸ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਰੁੱਧ ਕਰਮ ਸਿੰਘ ਚੌਹਾਨ ਨੇ ਕਰਾਈ, ਮੈਨੂੰ ਬੁਲਾਇਆ, ਸਾਨੂੰ ਉਦੋਂ ਬਾਅਦ ਗ੍ਰਿਫਤਾਰ ਕੀਤਾ ਗਿਆ, ਸਾਨੂੰ ਬੁੜੈਲ ਜੇਲ੍ਹ 'ਚ, ਸਾਨੂੰ ਤਿਹਾੜ ਜੇਲ੍ਹ 'ਚ 8 ਵਾਰ ਅਸੀਂ ਕੈਦ ਰਹੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ। ਔਰ ਉਹੀ ਗੀਤ ਮਾਨਸਾ ਦੀ ਧਰਤੀ ਤੋਂ ਦੁਬਾਰਾ ਫੇਰ ਪੰਜਾਬ ਦੀ ਧਰਤੀ ਦੇ ਇੱਕ ਜੰਪਲ, ਇੱਕ ਸਪੂਤ ਨੇ ਗਾਇਆ। ਤੋ ਇਸ ਕਰਕੇ ਸਾਡਾ ਕੇਸ ਸਮਝੋ, ਪਲੀਜ਼ ਅੰਡਰਸਟੈਂਡ, ਰਾਜਸਥਾਨ ਗਵਰਨਮੈਂਟ, ਹਰਿਆਣਾ ਗਵਰਨਮੈਂਟ, ਹਿਮਾਚਲ ਗਵਰਨਮੈਂਟ, ਚਾਹੇ J&K ਗਵਰਨਮੈਂਟ, ਸਾਡਾ ਪੱਖ ਸਮਝੋ। ਅਸੀਂ ਮਾਰੇ ਗਏ। ਜੇ ਫੂਡ ਗ੍ਰੇਨ ਪੰਜਾਬ ਦੇ ਵਿੱਚ ਘਟ ਗਿਆ ਤੇ ਸਾਰਾ ਹਿੰਦੁਸਤਾਨ ਭੁੱਖਾ ਮਰ ਜੂ। ਹਰਿਆਣਾ ਵੀ, ਹਰਿਆਣੇ ਤੇ ਪੰਜਾਬ 'ਚ ਜੇ ਘਟ ਗਿਆ ਤਾਂ, ਪਰ ਦੋਨਾਂ ਸੂਬਿਆਂ ਨੇ ਲੜਾਈ ਲੜੀ ਹੈ ਵੱਡੀ ਕਿਸਾਨ ਅੰਦੋਲਨ ਵੇਲੇ। ਤੇ ਜੇ ਉਦੋਂ ਅਸੀਂ ਇੱਕ ਮੰਚ ਤੇ ਇਕੱਠੇ ਹੋ ਸਕਦੇ ਹਾਂ ਤੇ ਉਹਨਾਂ ਨੂੰ ਆਲਟਰਨੇਟਿਵ ਪ੍ਰੋਵਾਈਡ ਕਰ ਰਿਹਾ ਪੰਜਾਬ ਕਿ ਤੁਹਾਨੂੰ ਡਬਲ ਪਾਣੀ, ਸ਼ਾਰਦਾ ਯਮੁਨਾ ਲਿੰਕ,
ਮਹਾਕਾਲੀ ਰਿਵਰ 252 ਕਿਲੋਮੀਟਰ ਦਾ ਪੈਂਦਾ ਟਣਕਪੁਰ ਬਾਰਡਰ, ਟਣਕਪੁਰ ਤੋਂ ਥੱਲੇ ਜਾ ਕੇ ਤੁਹਾਨੂੰ ਤੋਂ ਬਾਅਦ ਰਾਜਸਥਾਨ ਨੂੰ, ਉਸ ਤੋਂ ਬਾਅਦ ਗੁਜਰਾਤ ਨੂੰ। ਪ੍ਰਾਈਮ ਮਿਨਿਸਟਰ ਦਾ ਪੈਟ ਪ੍ਰੋਜੈਕਟ ਹੈ। ਮੈਂ ਅਵੇਅਰ ਹੈ ਇਸ ਗੱਲ ਤੇ, ਮੈਨੂੰ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਸ਼ਾਰਦਾ ਯਮੁਨਾ ਲਿੰਕ ਬਾਰੇ ਗਜਿੰਦਰ ਸਿੰਘ ਨੂੰ ਜੈਪੁਰ ਦੀ ਮੀਟਿੰਗ ਔਰ ਉਸ ਤੋਂ ਬਾਅਦ ਉਹ ਕਹਿ ਚੁੱਕੇ ਹੈ ਕਿ ਜੇ ਯਾਰ 3 ਸੂਬਿਆਂ 'ਚ, ਚਲੋ ਪੋਲਿਟਿਕਸ ਹੀ ਲਾ ਲਓ, ਉਹ ਤਾਂ ਨਹੀਂ, ਮੈਨੂੰ ਨਹੀਂ ਪਤਾ ਉਹ ਕਰ ਰਹੇ ਨਹੀਂ, ਜੇ ਪੋਲਿਟੀਕਲ ਐਂਗਲ ਵੀ ਦੇਖ ਲਓ, ਤੁਹਾਡੀ ਤਾਂ ਰਾਜਸਥਾਨ 'ਚ ਵੀ ਸਰਕਾਰ ਬਣ ਗਈ, ਤੁਹਾਡੀ ਹਰਿਆਣੇ 'ਚ ਵੀ ਬਣ ਗਈ, ਤੁਹਾਡੀ ਗੁਜਰਾਤ 'ਚ ਵੀ ਬਣ ਗਈ, ਤੁਹਾਡੀ ਪੰਜਾਬ 'ਚ ਵੀ। ਜੇ ਤੁਸੀਂ ਪੰਜਾਬ ਦੇ ਪਾਣੀ ਦਾ ਹੱਲ ਕਰ ਦਿਓਗੇ ਮਸਲਾ, ਤੇ ਇੱਥੇ ਵੀ ਤੁਹਾਡੇ ਚਾਂਸਸ ਬਣ ਜਾਣੇ। ਲੇਕਿਨ ਜੇ ਕੋਈ ਜ਼ਿੱਦ ਕਰੂਗਾ ਨਾ, ਹੁਣ ਨਹੀਂ ਉਹ ਪੈਸੇ ਵਾਪਸ ਹੋ ਚੁੱਕੇ, ਜ਼ਮੀਨਾਂ ਐਕਵਾਇਰ ਹੋ ਚੁੱਕੀਆਂ, ਅੰਕੜੇ ਨਹੀਂ ਦਿੱਤੇ, ਅਸੀਂ ਮਰ ਗਏ। ਸੁਪਰੀਮ ਕੋਰਟ ਤਾਂ ਸੀਰੀਅਸ ਨਹੀਂ ਸੀ ਗਵਰਨਮੈਂਟ, ਵਕੀਲ ਤਨਖਾਹਾਂ ਦੇ ਬਿੱਲ ਲਿਆ ਕੇ ਪਾਸ ਕਰਾਉਣ ਤੇ ਗੱਲ ਮੁੱਕ ਗਈ, ਨਾ ਅੰਕੜਾ ਪਤਾ, ਨਾ ਕੋਈ ਉਹਨਾਂ ਨੂੰ ਪਾਣੀ ਦੇ ਮੁੱਦੇ ਤੇ। ਇਰੈਡੀ ਟ੍ਰਿਬਿਊਨਲ 35 ਸਾਲ ਨਥਿੰਗ ਕੇਮ ਆਊਟ ਆਫ ਇਟ। ਕੀ ਆਉਂਦਾ ਕਮਿਸ਼ਨਰ ਚੋਂ ਬਾਅਦ? ਮੈਂ ਕਹਿੰਦਾ, ਮੈਂ ਆਨਰੇਬਲ, ਕਿਉਂਕਿ ਮੈਂ ਪੇਸ਼ ਹੁੰਦਾ ਰਿਹਾ ਸੰਜੇ ਕੌਲ ਜੀ ਦੇ, ਉਹ ਅੱਜ ਕੱਲ੍ਹ ਸੁਪਰੀਮ ਕੋਰਟ ਦੇ ਜੱਜ ਹੈ। ਮਤਲਬ ਮੈਂ ਕਨਵਿੰਸਡ ਹੈ, ਕਿਉਂਕਿ ਜੋ ਮੇਰੀ ਗੱਲ 'ਚ ਜੇ ਵਜ਼ਨ ਹੈ, ਜੇ ਮੈਂ ਪੇਸ਼ ਹੋ ਕੇ ਗੱਲ ਕਰਾਂ, ਉਹਨੂੰ ਇਹ ਕਬੂਲ ਕਰਨੀ ਪਊਗੀ। ਕੁਆਂਟਮ ਆਫ ਵਾਟਰ ਕਿੰਨਾ ਰਹਿ ਗਿਆ ਤੇ ਕਿੰਨਾ ਅਸੀਂ ਵਰਤ ਰਹੇ ਹਾਂ ਤੇ ਕਿੰਨਾ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ, ਇਹਨੂੰ ਕਿਸੇ ਵੱਡੀ ਤੋਂ ਵੱਡੀ ਇਨਕੁਆਇਰੀ ਕਰਵਾ ਲਓ, ਕਿਸੇ ਵੱਡੇ ਤੋਂ ਵੱਡੇ ਪਾਣੀਆਂ ਦੇ ਮਾਰ ਨੂੰ ਭੇਜ ਲਓ, ਉਹਨੂੰ 3 ਮਹੀਨੇ ਦਾ ਸਮਾਂ ਦੇ ਦਿਓ, ਤੇ ਜੇ ਕੁਆਂਟਮ ਆਫ ਵਾਟਰ ਇਹ ਨਾ ਨਿਕਲੇ, ਕੋਈ 0.1% 2% ਦੇ ਫਰਕ ਨਾਲ, ਦੈਟਸ ਆਲ। ਸੁਖਬੀਰ ਸਿੰਘ ਬਾਦਲ ਨੇ ਅੱਜ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ, ਰਾਇਲਟੀ ਦੇ ਲਈ ਲੜੋਗੇ। ਜਿਵੇਂ ਅੱਜ ਤੁਸੀਂ ਗੱਲ ਕੀਤੀ ਹੈ ਕਿ 8 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ, ਟੋਟਲ 11 ਮਿਲੀਅਨ ਏਕੜ ਫੁੱਟ ਪਾਣੀ, 2 ਹੋਰ ਨਹਿਰਾਂ ਦੇ ਰਾਹੀਂ, ਗੰਗ ਕਨਾਲ, ਬੀਕਾਨੇਰ ਕਨਾਲ, ਇੱਕ ਹੋਰ BBMB ਰਾਹੀਂ। ਸੋ ਕੀ ਲੱਗਦਾ ਹੈ, ਰਾਇਲਟੀ ਦੇ ਲਈ ਹੁਣ ਲੜੂਗਾ ਅਕਾਲੀ ਦਲ? ਵੈਰੀ ਗੁੱਡ ਕੁਐਸਚਨ। ਤੁਸੀਂ ਇੱਕ ਬੜੀ ਇਤਿਹਾਸਕ ਗੱਲ ਅਨੰਦਪੁਰ ਸਾਹਿਬ ਦੇ ਮਤੇ ਦੀ ਕਰ ਦਿੱਤੀ। 1973 16-17 ਅਕਤੂਬਰ ਨੂੰ ਇਹ ਮਤਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ, ਜਿਹਦੇ 'ਚ ਮੇਰੇ ਪਿਤਾ ਜੀ ਲੇਟ ਸਰਦਾਰ ਗੁਰਮੀਤ ਸਿੰਘ, ਸਾ ਕਪੂਰ ਸਿੰਘ, ਅੰਬਾਲਵੀ ਸਾਹਿਬ ਔਰ 11 ਬੰਦੇ ਸੀ ਟੋਟਲ, ਉਹਨਾਂ ਨੇ ਬੜੇ ਦੀਗਰ ਵਿਚਾਰ ਤੋਂ ਬਾਅਦ ਇਹ ਮਤਾ ਆਉਣ ਵਾਲੇ 50 ਸਾਲਾਂ ਲਈ ਕੌਮ ਦੇ ਸਾਹਮਣੇ ਰੱਖਿਆ ਸੀ। ਬਟ ਅਨਫੋਰਚੂਨੇਟਲੀ ਅਨੰਦਪੁਰ ਸਾਹਿਬ ਦਾ ਮਤਾ ਰਾਜ ਭਾਗ ਤੇ ਸੱਤਾ ਦੇ ਹਿਸਾਬ ਨਾਲ ਅਲੋਪ ਹੋ ਗਿਆ। ਹੁਣ ਉਹ ਮੈਂ, ਕਿਉਂਕਿ 2 ਵਰੇ ਲਗਾਤਾਰ ਕੋਰ ਕਮੇਟੀ ਦੀ ਮੀਟਿੰਗਾਂ ਦੇ ਵਿੱਚ ਪੜ੍ਹ ਕੇ ਮਤੇ ਦੀ ਇੱਕ ਕਲੌਜ਼ ਸੁਣਾਈ ਹੈ। ਅਕਾਲੀ ਦਲ ਦੀ ਸਾਰੀ ਕਮੇਟੀ, ਕੋਰ ਕਮੇਟੀ ਕਨਵਿੰਸ ਸੀ, ਇਨਕਲੂਡਿੰਗ ਦਾ ਪ੍ਰੈਜ਼ੀਡੈਂਟ, ਕਿ ਅਨੰਦਪੁਰ ਸਾਹਿਬ ਦਾ ਮਤਾ ਇਹ ਕਿਉਂ ਡਿਸਕਲਰ ਕਰਦੇ ਆ, ਐਂਟੀ ਨੈਸ਼ਨਲ ਹੈ। ਜਿਵੇਂ ਆ ਪਾਣੀਆਂ ਬਾਰੇ ਕਰੀ ਜਾਂਦੇ ਆ, ਬਿਲਕੁਲ ਐਂਟੀ ਨੈਸ਼ਨਲ ਨਹੀਂ, ਮੋਰ ਪਾਵਰਸ ਹੈ, ਪਰ ਸਿੰਘਾਂ ਦੀ ਚੜ੍ਹਦੀ ਕਲਾ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਤੇ ਸਾਡੇ ਮਨ ਮੰਦਰ ਵਿੱਚ ਉਕਰਿਆ ਆ ਰਿਹਾ ਹੈ ਕਿ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ, ਉਹਦੇ ਬੋਲਬਾਲੇ ਔਰ ਉਹਦੀ ਚੜ੍ਹਦੀ ਕਲਾ। ਹਿੰਦੁਸਤਾਨ ਦੇ ਵਿੱਚ ਅਗਰ ਬੋਲਬਾਲੇ, ਜਦੋਂ ਰਾਜਨਾਥ ਜੀ ਜਾਂਦੇ ਹੈ ਨੇਫਾ ਦੇ ਬਾਰਡਰ ਤੇ, ਜਾਂ ਉਹ ਚਾਈਨਾ ਦੇ ਬਾਰਡਰ ਤੇ, ਜਾਂ ਡੋਕਲਾਮ ਜਾਂਦੇ ਹੈ, ਉੱਥੇ ਜਕਾਰੇ ਛੱਡਦੇ ਕਿ ਨਹੀਂ ਸਿੰਘ? ਜਕਾਰੇ ਛੱਡ ਕੇ ਕਾਇਮ ਹੈ। ਜਿੱਥੇ ਮਾਨਸਾ ਤੇ ਇਹਨਾਂ ਇਲਾਕਿਆਂ ਦਾ, ਬਠਿੰਡੇ ਦੇ ਬੰਦਿਆਂ ਨੇ ਮੈਨ ਟੂ ਮੈਨ ਲੜਾਈ ਲੜ ਕੇ ਚਾਈਨੀਜ਼ ਦੇ ਨਾਲ 22 ਬੰਦੇ ਸਾਡੇ ਉੱਥੇ ਕਿਸ ਪ੍ਰਕਾਰ ਉੱਥੇ ਫੱਟੜ ਤੇ ਸ਼ਹੀਦ ਹੋਏ। ਤਾਂ ਇਸ ਕਰਕੇ ਅਨੰਦਪੁਰ ਸਾਹਿਬ ਦਾ ਮਤਾ ਅਗਰ ਸੁਖਬੀਰ ਜੀ ਨੇ ਕਿਹਾ ਹੈ, ਤਾਂ ਮੈਂ ਇਹਦੇ ਤੇ ਜ਼ਰੂਰ ਆਪਣੇ ਵੱਲੋਂ ਵੀ ਯੋਗਦਾਨ ਪਾ ਸਕਦਾ। ਉਹਨਾਂ ਨੂੰ ਮੈਂ ਬੜੇ ਇਤਿਹਾਸਕ ਦਸਤਾਵੇਜ਼ ਦਿਆਂਗਾ। ਉਹਦੇ ਵਿੱਚ ਸਰਦਾਰ ਕਪੂਰ ਸਿੰਘ ਦੇ ਪੱਤਰ ਹੈ, ਮੇਰੇ ਫਾਦਰ ਦੇ ਨੋਟਸ ਹੈ, ਅਨੰਦਪੁਰ ਸਾਹਿਬ ਦੇ ਖਰੜੇ ਦਾ ਮੇਰੇ ਕੋਲੇ ਨੋਟ ਹੈ ਸੰਭਾਲਿਆ ਹੋਇਆ। ਔਰ ਉਹਦੇ ਤੇ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਜਦੋਂ ਇੱਕ ਵਾਰੀ ਬਾਅਦ 'ਚ ਰਾਜੀਵ ਗਾਂਧੀ ਨੇ ਪਹਿਲਾਂ 85 'ਚ ਕਹਿਤਾ ਕਿ ਇਹ ਦੇਸ਼ ਕੇ ਖਿਲਾਫ ਹੈ, ਮੈਂ ਉਹਨਾਂ ਦਾ ਬਾਂਹ ਫੜ ਕੇ ਕਹੀ, ਮੈਂ ਨਾਲ ਜਾ ਰਹੇ ਸੀ ਤੁਰੇ, ਮੈਂ ਕਿਹਾ ਜੀ ਮਾਈ ਫਾਦਰ ਇਜ਼ ਮੈਂਬਰ ਆਫ ਦੈਟ ਰੈਜ਼ੋਲੂਸ਼ਨ। ਮੈਂ ਉਸ ਅਥਾਰਟੀ ਨਾਲ ਤੁਹਾਨੂੰ ਕਹਿ ਰਿਹਾ, ਇਹ ਐਂਟੀ ਨੈਸ਼ਨਲ ਨਹੀਂ ਹੈ, ਇਟਸ ਫॉर ਮੋਰ ਪਾਵਰਸ। ਇਸੇ ਲਈ ਅਖੀਰਲੇ ਤੁਹਾਡਾ ਗੱਲ ਦਾ ਮੈਂ ਜਵਾਬ ਦਿਆਂ ਕਿ ਸਪੈਸ਼ਲ ਸਟੇਟਸ ਜਿਵੇਂ 11 ਸੂਬਿਆਂ ਨੂੰ ਦਿੱਤਾ ਹੋਇਆ, ਪੰਜਾਬ ਨੂੰ ਦਿਓ, ਤਾਂ ਪੰਜਾਬ ਦੀ ਮੁਕਤੀ ਹੋ ਸਕਦੀ। ਹੁਣ ਕੁਝ ਰਹਿ ਗਿਆ ਰੜਕ ਮੜਕ ਵਾਲਾ ਸਵਾਲ। ਲੇਕਿਨ ਮਜੀਠੀਆ ਰਿਹਾ ਹੋ ਕੇ ਆਏ ਨੇ, ਮੁਲਾਕਾਤ ਕੀਤੀ ਹੈ? ਦੇਖੋ ਬਿਕਰਮ ਸਿੰਘ ਜੀ ਨਾਲ ਮੈਂ ਹਮੇਸ਼ਾ ਉਹਨਾਂ ਨਾਲ ਇਨ ਟੱਚ ਰਿਹਾ ਹੈਗਾ ਫੋਨ ਤੇ। ਮੇਰਾ ਉਹਨਾਂ ਨਾਲ ਬਹੁਤ ਕਰੀਬੀ ਰਿਸ਼ਤਾ ਹੈ। ਮੈਨੂੰ ਉਹਨਾਂ 'ਚੋਂ ਕਾਫੀ ਸੰਭਾਵਨਾਵਾਂ, ਔਰ ਮੈਂ ਤਾਂ ਇਹ ਓਪਨਲੀ ਐਡਮਿਟ ਕੀਤਾ ਸਭ ਥਾਵਾਂ ਤੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਔਰ ਮਾਝੇ ਦੇ ਔਰ ਅਕਾਲੀ ਦਲ ਦੇ ਇੱਕ ਬਹੁਤ ਉੱਭਰਵੇਂ ਲੀਡਰ ਹੈ। ਉਹਨਾਂ 'ਤੇ ਗੁਰੂ ਪਾਤਸ਼ਾਹ ਦੀ ਕਿਰਪਾ। ਇਸ ਕਰਕੇ ਮੇਰਾ ਉਹਨਾਂ ਨੂੰ ਮਿਲਣਾ ਜਾਂ ਨਾ ਮਿਲਣਾ ਇਹ ਕੋਈ ਬਹੁਤਾ ਮਹੱਤਵ ਨਹੀਂ ਰੱਖਦਾ। ਸਾਰੇ ਮਿਲ ਕੇ ਆਏ? ਹੁਣ ਸਾਰੇ ਮਿਲ ਕੇ ਆਏ, ਮੈਂ ਤਾਂ ਨਹੀਂ ਮਿਲ ਕੇ ਆਇਆ। ਮੇਰੇ ਸਾਰੇ ਮਿੱਤਰ ਦੋਸਤ ਜ਼ਰੂਰ ਗਏ ਹੈ, ਪਦ ਯਾਤਰਾਵਾਂ ਕੀਤੀਆਂ ਮੇਰੇ ਮਿੱਤਰਾਂ ਦੇ ਪੁੱਤਰਾਂ ਨੇ,
ਉਹਨਾਂ ਦੇ ਹੱਕ 'ਚ। ਉਹ ਮੇਰੇ ਹੀ ਹੈ ਦੋਸਤ, ਮੇਰੇ ਹੀ ਪਰਿਵਾਰ ਦੇ ਬੰਦੇ। ਮਨਪ੍ਰੀਤ ਸਿੰਘ ਯਾਲੀ ਹੋਰਾਂ ਨਾਲ ਲਾਸਟ ਮੁਲਾਕਾਤ ਕਦੋਂ ਹੋਈ ਹੈ, ਕਦੋਂ ਗੱਲਬਾਤ? ਹਾਂ, ਉਹਨਾਂ ਦੇ ਘਰ, ਉਹਨਾਂ ਦੇ ਗ੍ਰਹਿ ਵਿਖੇ ਕੋਈ 10 ਦਿਨ ਪਹਿਲਾਂ। ਮੈਂ ਅੱਜ ਹੀ ਕਹਿ ਦੇਵਾਂ, ਤੁਸੀਂ ਸਵਾਲ ਪੁੱਛਿਆ, ਮੇਰੇ ਨਾਲੋਂ ਵੱਧ, ਮੈਂ ਰਿਪੀਟ ਕਰ ਰਿਹਾ ਇਹ ਗੱਲ, ਮੇਰੇ ਨਾਲੋਂ ਵੱਧ ਵੀ ਉਹ ਆਪਦੇ ਸਟੈਂਡ, ਆਪਦੀ ਦ੍ਰਿੜਤਾ, ਆਪਦੇ ਵਿਸ਼ਵਾਸ ਤੇ ਕਾਇਮ ਹੈ। ਔਰ ਇਸੇ ਤਰ੍ਹਾਂ ਚਰਨਜੀਤ ਸਿੰਘ ਅਟਵਾਲ ਕਾਇਮ ਹੈ। ਇਹ ਗੱਲ ਵੱਖਰੀ ਹੈ ਕਿ ਪਾਰਟੀ ਯੂਨਿਟੀ ਲਿਆਉਣ ਲਈ ਉਹਨਾਂ ਨਾਲ ਗੱਲਾਂ ਬਾਤਾਂ, ਉਹ ਇਟਸ ਰਾਈਟ ਆਫ ਦ ਪ੍ਰੈਜ਼ੀਡੈਂਟ ਔਰ ਰਾਈਟ ਆਫ ਦ ਪਾਰਟੀ। ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਪਹਿਲੇ ਦਿਨ ਤੋਂ ਇਹ ਗੱਲ ਕਹਿਤੀ ਸੀ ਕਿ ਢਾਂਚਾ ਗਲਤ ਭੰਗ ਹੋਇਆ, ਉਹ ਔਨ ਰਿਕਾਰਡ ਹੈ। ਉਹਨਾਂ ਨੇ ਕਿਹਾ ਵਰਕਿੰਗ ਕਮੇਟੀ ਤੋਂ ਬਿਨਾਂ ਨਹੀਂ ਹੋ ਸਕਦਾ ਸੀ, ਤੁਸੀਂ ਕੰਮ ਇਹ ਗਲਤ ਕਰ ਬੈਠੇ। ਹੁਣ ਉਹ ਇਸ ਗੱਲ ਦੀ ਕੋਸ਼ਿਸ਼ 'ਚ ਵੀ ਨੇ ਕਿ ਵੀ ਕੋਈ ਸੈੱਟ ਫੋਰਥ ਕਰੀਏ, ਕੋਈ ਯੂਨਿਟੀ ਲਿਆਈਏ, ਕੋਈ ਗੱਲ ਐ ਤਾਂ ਨਹੀਂ ਨਾ ਕੰਮ ਚੱਲਣਾ। ਦੇਖੋ, ਮੈਂ ਇਹਨਾਂ ਨੂੰ ਬੇਨਤੀ ਕਰ ਸਕਦਾ ਕਿ ਤੁਸੀਂ ਇਹ ਢਾਂਚਾ ਭੰਗ ਹੋਣ ਤੋਂ ਬਾਅਦ ਆਪਦੀ ਖੁਦ ਸਰਵੇ ਕਰਾ ਕੇ ਐਨਾਲਿਸਿਸ ਕਰਾ ਲਓ ਪੰਜਾਬ 'ਚੋਂ, ਕੋਈ ਆਪਣੀ ਇੰਪਰੂਵਮੈਂਟ ਹੋਈ ਹੈ? ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ। ਜੇ ਮੈਂ ਕੋਈ ਸਰਵੇ ਕਰਾਊਂਗਾ ਤਾਂ ਕਹਿਣਗੇ ਜਗਮੀਤ ਸਿੰਘ ਬਾਇਸਡ ਹੈ। ਗੈਟ ਅ ਗੁੱਡ ਸਰਵੇ ਡਨ ਕਿ ਵੀ ਕੀ ਆ 13 ਨੁਕਾਤੀ ਪ੍ਰੋਗਰਾਮ ਦੇਣ ਨਾਲ ਜਾਂ ਉਸ ਤੋਂ ਬਾਅਦ ਕੋਈ ਇੰਪਲੀਮੈਂਟੇਸ਼ਨ ਪ੍ਰੋਪਰ ਹੋਏ ਤਾਂ ਹੋ ਸਕਦਾ। ਆਈ ਡੋਂਟ ਨੋ। ਤੁਸੀਂ ਹੁਣ ਇੱਕ ਸ਼ਬਦ ਵਰਤਿਆ ਕਿ ਮੇਰਾ ਬੰਦ ਕੱਟਿਆ ਜਾਵੇ, ਮੇਰਾ ਟੋਟਾ ਕੱਟਿਆ ਜਾਵੇ, ਮੈਂ ਅਕਾਲੀ ਦਲ ਨਹੀਂ ਛੱਡਾਂਗਾ। ਹਾਂ। ਪਰਸਾ ਸਿੰਘ ਵਲਟੋਆ ਵਾਰ-ਵਾਰ ਮੀਡੀਆ 'ਚ ਆ ਕੇ ਵੀ ਕਹਿੰਦੇ ਆ, ਔਨ ਰਿਕਾਰਡ ਕਹਿੰਦੇ ਆ ਕਿ ਅਸੀਂ ਕਿਵੇਂ ਯਕੀਨ ਕਰ ਲਈਏ, ਜਾਂ ਇਹ ਗੱਲਾਂ ਆਖਦੇ ਨੇ ਕਿ ਕਦੇ ਇੱਧਰ ਕਦੇ ਉੱਧਰ, ਕਹਿੰਦੇ ਅਸੀਂ ਮੌੜ ਤੋਂ ਟਿਕਟ ਦੇਤੀ, ਫਿਰ ਖਿਲਾਫ ਬੋਲ ਰਹੇ ਆ। ਚਲੋ, ਮੈਂ ਪ੍ਰੋਫੈਸਰ ਵਿਰਸਾ ਸਿੰਘ ਜੀ ਬਾਰੇ ਨਹੀਂ ਕੁਝ ਕਹਿਣਾ, ਕਦੇ ਨਹੀਂ ਮੈਂ ਕਿਹਾ। ਦੇਖੋ, 40-50 ਸਾਲ ਦਾ ਮੇਰਾ ਪੋਲੀਟੀਕਲ ਕੈਰੀਅਰ ਹੋ ਗਿਆ। 73 'ਚ ਮੈਂ 14 ਸਾਲ ਦੀ ਉਮਰ, 15 'ਚ ਮੈਟ੍ਰਿਕ ਕਰਕੇ ਮੈਂ ਗਵਰਨਮੈਂਟ ਕਾਲਜ ਮੁਕਤਸਰ ਦਾਖਲ ਹੋਇਆ ਜੀ, ਔਰ 80 ਦੀ ਚੋਣ ਪਹਿਲੀ ਵਾਰੀ ਲੜਿਆ। ਹੁਣ ਜਾਂ ਤਾਂ ਭੁੱਲ ਜਾਂਦੇ ਨੇ ਜਾਂ ਕੋਈ ਹੋਰ ਭੁੱਲ ਜਾਂਦਾ। ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂ ਮੈਂਬਰ ਸੀ। ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ 77 'ਚ ਮੈਨੂੰ ਵਰਕਿੰਗ ਕਮੇਟੀ 'ਚ ਲਿਆ ਗਿਆ। 79 ਦੇ ਵਿੱਚ ਮੇਰੇ ਤੇ ਨੈਸ਼ਨਲ ਫਲੈਗ ਦਾ ਝੂਠਾ ਕੇਸ ਬਣਾਇਆ ਗਿਆ। 2 ਬੰਦੇ ਜਿਉਂਦੇ ਆ, ਗੁਰਤੇਜ ਸਿੰਘ, 3 ਗੁਰਤੇਜ ਸਿੰਘ IAS ਹੋਮ ਸੈਕਟਰੀ, ਨੰਬਰ 2 ਜਿਉਂਦੇ ਆ ਸੁਖਦੇਵ ਸਿੰਘ ਪੱਤਰਕਾਰ, ਸਿੱਧੂ ਸਾਹਿਬ, ਸੁਖਦੇਵ ਸਿੰਘ। ਤੀਜੇ ਜਿਉਂਦੇ ਆ ਸਿਮਰਨਜੀਤ ਸਿੰਘ ਮਾਨ, ਜਿਹੜੇ SSP ਫਰੀਦਕੋਟ। ਹਾਂ, ਮੇਰੇ ਤੇ ਝੂਠਾ ਪਰਚਾ ਜਦੋਂ ਦਰਜ ਕੀਤਾ ਗਿਆ, ਮੈਂ 9 ਮਹੀਨੇ ਜ਼ਮਾਨਤ ਨਹੀਂ ਕਰਾਈ। ਉਸ ਵੇਲੇ ਜੋ ਕੁਛ ਮੇਰੇ ਤੇ ਜ਼ਿਆਦਤੀ ਹੋਈ, ਮੈਂ ਕਾਂਗਰਸ ਚਲਾ ਗਿਆ। ਕਾਂਗਰਸ ਮੈਂ ਆਪਦੇ 35, 38, 40 ਸਾਲ ਲਾਏ, ਔਰ ਮੈਂ ਮਹਿਸੂਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ। ਮੈਂ ਇਹਦੇ 'ਚ ਆਇਆ, ਮੈਂ ਇਹਦੇ 'ਚ ਹੀ ਕੰਮ ਕਰੂੰਗਾ। ਮੈਂ ਇਹ ਕਿਹਾ, ਮੈਂ ਕਿਹਾ ਮੈਂ ਇੱਕ ਵਰਕਰ ਦੀ ਹੈਸੀਅਤ 'ਚ ਵੀ ਕੰਮ ਕਰਨ ਨੂੰ ਤਿਆਰ ਹੈ, ਇੱਕ ਪ੍ਰਾਇਮਰੀ ਮੈਂਬਰ ਦੀ ਹੈਸੀਅਤ ਵਿੱਚ ਵੀ ਵਰਕ ਕਰਨ ਨੂੰ ਤਿਆਰ ਹੈ। ਸੋ ਉਹ ਇਸ ਕਰਕੇ ਮੈਂ ਕਿਹਾ ਕਿ ਜੋ ਲੋਕ ਇਹ ਛੋਟੀ ਗੱਲ ਸਮਝ ਰਹੇ ਹੈ, ਮੈਂ 3 ਕੇਂਦਰੀ ਪਾਰਟੀਆਂ ਤੋਂ ਕੀ ਲੈਣਾ ਹੈ। ਮੈਂ ਕਾਂਗਰਸ ਦੇ ਵਿੱਚ ਆਪਣਾ ਸਮਾਂ ਲਾਇਆ, ਮੈਂ ਆਪਦੀ ਗੱਲ ਕਹੀ, ਮੈਂ ਆਪਦੀ ਪਾਰਲੀਮੈਂਟ ਗੱਲ ਕਹੀ, ਮੈਂ 84 ਦੇ ਮੁੱਦਿਆਂ ਦੀ ਗੱਲ ਕਹੀ। ਕੁੱਕੀ ਜੀ ਵਰਗਾ ਇੱਕ 22 ਸਾਲ 20 ਸਾਲ ਕੈਦ ਕੱਟਣ ਵਾਲਾ ਬੰਦਾ ਜੇ ਇੰਟਰਵਿਊ ਤੇ ਇਹ ਕਹਿ ਸਕਦਾ ਹੈ, ਮੈਂ ਉਹਦਾ ਧੰਨਵਾਦੀ ਹਾਂ, ਮੈਂ ਉਹਦਾ ਰਿਣੀ ਹਾਂ। ਉਹਨਾਂ ਨੇ ਕਿਹਾ ਕਿ ਜਗਮੀਤ ਸਿੰਘ ਹੋਰਾਂ ਨੇ ਜਦੋਂ ਪਾਰਲੀਮੈਂਟ 'ਚ ਗੁਰਦੇਵ ਸਿੰਘ ਕੌਂਕੇ, ਖਾਲੜਾ ਔਰ ਸਾਡੇ ਬਾਰੇ ਗੱਲਾਂ ਕੀਤੀਆਂ ਕਿ ਕੁਝ ਗੱਲਾਂ ਜ਼ਿਆਦਤੀਆਂ ਜਿਹੜੀਆਂ ਹੋਈਆਂ 84 ਦੇ ਦੌਰਾਨ, ਮੈਂ ਉਹਨਾਂ ਨੇ ਜੋ TV ਇੰਟਰਵਿਊ 'ਚ ਕਿਹਾ ਕਿ ਜਗਮੀਤ ਸਿੰਘ ਬਰਾੜ ਹੋਰਾਂ ਦਾ ਇਹ ਮੁਕਾਬਲਾ ਨਹੀਂ ਕਰ ਸਕਦੇ, ਈਵਨ ਔਨ ਕਾਂਗਰਸ ਫਰੰਟ। ਕੀ ਅਕਾਲੀ ਦਲ 'ਚ ਇੱਕ ਵੀ ਕੋਈ ਬੰਦਾ ਹੈ ਜਿਹੜਾ ਰਾਜ ਭਾਗ ਹੋਵੇ ਆਪਦਾ ਤੇ ਫਿਰ ਵੀ ਜੇਲ੍ਹ 'ਚ ਹੋਵੇ? ਰਾਜ ਭਾਗ ਸਰ ਬੇਅੰਤ ਸਿੰਘ ਦਾ, ਨਰਸਿਮਹਾ ਰਾਓ ਦਾ, ਮੈਂ ਮੈਂਬਰ ਆਫ ਪਾਰਲੀਮੈਂਟ, ਪਰ ਆਈ ਵਾਜ਼ ਇਨ ਬੁੜੈਲ ਜੇਲ੍ਹ ਔਨ SYL। ਮੇਰੀ ਕ੍ਰੈਡੀਬਿਲਿਟੀ ਨੂੰ ਮੈਂ ਉਸ ਅਕਾਲ ਪੁਰਖ ਤੋਂ ਡਰ ਕੇ ਨਾ, 1 ਲੱਖ ਬੰਦਾ ਵੀ ਹੈ ਜਿਹੜਾ ਪੈਦਾ ਹੋ ਕੇ ਚੈਲੰਜ ਨਹੀਂ ਕਰ ਸਕਦਾ। ਉਸ ਅਕਾਲ ਪੁਰਖ ਦੀ ਮਿਹਰ ਹੈ। ਜਗਮੀਤ ਸਿੰਘ ਬਰਾੜ ਇੱਕ ਸ਼ਬਦ ਵਰਤਦੇ ਆਏ ਜਦੋਂ 80 ਦੀ ਚੋਣ ਤੁਸੀਂ ਲੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ, ਉਸ ਤੋਂ ਬਾਅਦ ਪਾਰਲੀਮੈਂਟ ਚੋਣ 'ਚ ਹਰਾਇਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਬਹੁਤ, ਮੈਂ ਤੁਹਾਡਾ ਸਵਾਲ ਆਉਣ ਤੋਂ ਪਹਿਲਾਂ ਬਹੁਤ ਘਿਸਿਆ ਪਿਟਿਆ ਸਵਾਲ ਹੈ, ਬਹੁਤ ਵਾਰੀ ਮੈਨੂੰ ਕੀਤਾ ਜਾ ਚੁੱਕਿਆ, ਮਾਫ ਕਰਨਾ। ਮੈਂ ਤੁਹਾਨੂੰ ਦੱਸਾਂ, ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ 80 ਦੇ ਵਿੱਚ ਮੇਰੀ ਕਿੰਨੀ ਉਮਰ ਸੀ? ਦੇਖੋ, ਚਾਕੋ ਮੇਰੇ ਬੰਦੇ, ਤੁਸੀਂ ਨੌਜਵਾਨ, 22 ਸਾਲ। ਜਦੋਂ ਮੈਂ ਚੋਣ ਪਹਿਲੀ ਲੜਿਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਵਿਰੁੱਧ, ਮੈਂ ਲੜ ਨਹੀਂ ਸਕਦਾ ਸੀ। ਹੁਣ ਕਹੋਗੇ ਕਿ ਫਿਰ ਤੂੰ ਲੜ ਕਿਵੇਂ ਗਿਆ? ਉਹ ਮੈਂ 25 ਸਾਲ ਤੋਂ ਥੱਲੇ ਨਹੀਂ ਲੜ ਸਕਦੇ ਸੀ। ਉਹ ਮੈਂ ਆਪਦਾ ਚੋਣ ਜਦੋਂ ਹਾਰ ਗਿਆ ਤਾਂ ਮੇਰੇ ਤੇ ਪਟੀਸ਼ਨ ਕਾਹਦੀ ਹੋਣੀ ਸੀ? ਮੈਂ ਚੋਣ ਹੀ ਹਾਰ ਗਿਆ। ਉਹ ਕਹਿੰਦੇ ਰਹੇ, ਕੋਈ ਕਹਿੰਦਾ ਕਾਤਲੇ ਵੀ ਫਲਾਨਾ ਬਾਦਲ ਨੂੰ ਕਹਿੰਦੇ ਨਾ। ਮੈਂ ਆਪਣੀ ਗੱਲ ਇਹ ਕਹਿੰਦਾ ਰਿਹਾ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2-3 ਥਾਵਾਂ ਤੇ ਮੇਰੇ ਤੇ
ਬਹੁਤ ਵੱਡੇ ਅਟੈਕ ਕੀਤੇ ਪੋਲੀਟੀਕਲ ਲੋਕ ਸਭਾ ਦੀਆਂ ਚੋਣਾਂ 'ਚ ਆਪਣੇ ਪੁੱਤਰ ਲਈ ਕਰਨੇ ਸੀ, ਉਹਨਾਂ ਦਾ ਰਾਈਟ ਸੀ। ਮੇਰੇ ਬਾਰੇ ਉਹਨਾਂ ਨੇ ਕਈ ਗੱਲਾਂ ਕਹੀਆਂ, ਮੈਂ ਹੁਣ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ, ਬਹੁਤ ਕੁਝ ਕਿਹਾ ਉਹਨਾਂ ਨੇ। ਮੈਂ ਇਹ ਕਿਹਾ ਕਿ ਬਈ ਮੇਰੇ ਫਾਦਰ ਨਾਲ ਬੇਇਨਸਾਫੀ ਹੋਈ। ਮੇਰੇ ਫਾਦਰ 49 ਵਰਿਆਂ ਦੀ ਉਮਰ 'ਚ ਇਸ ਦੁਨੀਆ ਤੋਂ ਚਲੇ ਗਏ। ਉਹ ਬਾਨੀ ਪ੍ਰਧਾਨਾਂ 'ਚੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, 5 ਵਾਰ MLA, ਮਿਨਿਸਟਰ ਇਲੈਕਟਿਡ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਟੀਸ਼ਨਸ ਉਹਨਾਂ ਨੇ ਲੜੀਆਂ। 67 ਦੇ ਵਿੱਚ ਜਦੋਂ ਹਰਚਰਨ ਸਿੰਘ ਬਰਾੜ ਹੋਰਾਂ ਨੇ ਉਹਨਾਂ ਨੂੰ 52 ਵੋਟਾਂ ਤੇ 69 ਦੇ ਵਿੱਚ ਡਿਫੀਟ ਕੀਤਾ, 67 ਦੇ ਵਿੱਚ ਸੌਰੀ, ਤੇ ਉਹਦੀ ਜਿਹੜੀ ਪਟੀਸ਼ਨ ਹੈ, ਮੇਰੇ ਫਾਦਰ ਤੋਂ ਉਹਨਾਂ ਦੇ ਕੋਲੀਗ ਸੀ, ਉਮਰ 'ਚ ਵੀ ਉਹ ਛੋਟੇ ਸੀ 3 ਵਾਰ ਇਹਨਾਂ ਤੋਂ, ਮੇਰੇ ਫਾਦਰ। ਇਸ ਕਰਕੇ ਉਹ ਗੱਲ ਜਿਹੜੀ ਹੈ, ਜੋ ਉਦੋਂ ਦੀ ਸਿਚੁਏਸ਼ਨ ਹੋਈ, ਉਦੋਂ ਬਹੁਤ ਕੁਝ ਉਹਨਾਂ ਨੇ ਮੇਰੇ ਬਾਰੇ ਕਿਹਾ। ਸੁਖਬੀਰ ਸਿੰਘ ਬਾਦਲ ਉਹਨਾਂ ਨੇ ਤਾਂ ਮੇਰੇ ਬਾਰੇ ਕਿਹਾ CBI ਦੀ ਇਨਕੁਆਇਰੀ ਕਰਾਓ, ਜਦੋਂ ਉੱਥੇ ਕਾਂਡ ਹੋ ਗਿਆ ਸੀਗਾ। ਉਹ ਮੈਂ ਕਿਹਾ ਕਰਾਓ CBI ਦੀ ਇਨਕੁਆਇਰੀ। ਇੱਕ ਮੁਕਤਸਰ ਯਾਦ ਆ, ਬੱਚਿਆਂ ਬੁੱਚਿਆਂ ਦਾ ਉਦੋਂ ਹੋ ਗਿਆ ਸੀਗਾ, ਉਹ ਜਦੋਂ ਨਹਾਰੀ ਕਾਂਡ ਹੋਇਆ ਤੇ ਉਹ ਮੁਕਤਸਰ ਕੋਈ ਸ਼ੈਲਰ ਦੇ ਵਿੱਚ ਖੜੋ। ਸੋ ਉਹ ਪੋਲੀਟੀਕਲ ਗੱਲਾਂ ਜੋ ਉਹ ਕਰਦੇ ਰਹੇ ਹੈ, ਉਹਦਾ ਕੁਛ ਨਾ ਕੋਈ ਜਵਾਬ ਡਾਇਲੈਕਟ ਮੈਂ ਵੀ ਦਿੰਦਾ ਰਿਹਾ। ਮੈਂ ਕਾਹਨੂੰ ਮੁਨਕਰ ਹੋਵਾਂ, ਸਾਰਾ ਕੁਝ ਔਨ ਮੀਡੀਆ ਹੈ, ਔਨ ਰਿਕਾਰਡ ਹੈ। ਇਹਦਾ ਕਾਰਨ ਮੰਨਿਆ ਜਾ ਸਕਦਾ ਕਿ ਵਿਸ਼ਵਾਸ ਨਹੀਂ ਜਿਤਾ ਸਕੇ ਤੁਸੀਂ ਨਾ ਪਰਿਵਾਰ ਤੇ? ਨਾ ਵਿਸ਼ਵਾਸ 100% ਮੇਰਾ ਹੈਗਾ। ਇਸ ਕਰਕੇ ਹੈਗਾ ਕਿ ਮੈਨੂੰ ਉਹਨਾਂ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਮੈਨੂੰ ਕੋਰ ਕਮੇਟੀ ਦਾ ਮੈਂਬਰ, ਮੈਂ ਇਸ ਹਲਕੇ ਦਾ ਹਰਸਿਮਰਤ ਜੀ ਲਈ 1 ਮਹੀਨਾ ਲਗਾਤਾਰ ਮੈਂ ਦੋਹਾਂ ਹਲਕਿਆਂ 'ਚ ਕੰਮ ਕੀਤਾ। 2 ਹੀ ਬੰਦੇ ਜਿੱਤੇ, ਮੈਂ ਦੋਨਾਂ ਹਲਕਿਆਂ 'ਚ ਕੰਮ ਕੀਤਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਹਾਂ ਮੇਰਾ ਇੱਕ ਆਈਡੀਆ, ਇੱਕ ਤਖਯਲ ਹੈ, ਉਸ ਤਖਯਲ ਦੇ ਮਾਨੇ ਕਿਉਂ ਗਲਤ ਕੱਢੇ ਜਾ ਰਹੇ ਹਨ। ਮੈਂ ਇਹ ਕਹਿਣਾ ਚਾਹੁੰਦਾ ਹਾਂ ਤੁਹਾਡੇ ਸਾਹਮਣੇ, ਅਗਰ ਇਹ ਮੇਰੀ ਗੱਲ ਸੰਗਰੂਰ ਦੀ ਜਿਮਨੀ ਚੋਣ ਵਾਲੀ ਉਹ ਹੀ ਮੰਨ ਲੈਂਦੇ ਤੇ ਅਕਾਲੀ ਦਲ ਅੱਜ ਦੁਬਾਰਾ ਪੁਨਰ ਸੁਰਜੀਤੀ ਤੇ ਜਿਹੜਾ ਪਤਨਸ਼ੀਲਤਾ ਵੱਲ ਅਸੀਂ ਵਧ ਰਹੇ ਸੀ, ਉੱਥੇ ਰੋਕ ਲੱਗ ਜਾਣੀ ਸੀ। ਥੈਂਕ ਯੂ। ਆਖਰੀ ਸਵਾਲ ਹੈ ਜੀ, ਆਖਰੀ ਸਵਾਲ ਹੈ ਮੇਰਾ। ਆਵਾਜ਼ੇ ਪੰਜਾਬ ਨੂੰ ਅੱਜ ਪੰਜਾਬ ਸੁਣ ਰਿਹਾ, ਸੁਖਬੀਰ ਸਿੰਘ ਬਾਦਲ ਸੁਣ ਰਹੇ? ਦੇਖੋ, ਜਿਹੜੀ ਮੈਂ ਅੱਜ ਅੰਕੜੇ ਦਿੱਤੇ ਹੈ, ਅੱਜ ਤੋਂ ਪਹਿਲਾਂ ਇਹਨਾਂ ਦਰਿਆਵਾਂ ਦੇ 2022 ਸੈਪਟੈਂਬਰ ਦੇ ਅੰਕੜੇ ਕੋਈ ਪੰਜਾਬ ਦਾ, ਬਹੁਤ ਸਿਆਣੇ ਬੰਦੇ ਮੇਰੇ ਨਾਲ ਇਦੋਂ ਵੱਧ ਦਿੱਤੇ ਹੋਣੇ ਆ, ਲੇਕਿਨ ਇਹ ਕਲੈਰਿਟੀ ਜਿਹੜੀ ਹੈ ਕਿ ਪਾਣੀ ਵੱਧ ਇਸਤੇਮਾਲ ਨਹੀਂ ਦੇ ਸਕਿਆ। ਆਵਾਜ਼ੇ ਪੰਜਾਬ ਦਾ ਖਿਤਾਬ, ਮੈਨੂੰ ਹੈਰਾਨ ਹੁੰਦੇ ਆ ਲੋਕ, ਮੈਨੂੰ ਕੋਈ ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਨਹੀਂ ਮਿਲਿਆ। ਮਲੇਰਕੋਟਲੇ ਦੀ ਧਰਤੀ ਤੇ ਮੈਨੂੰ ਇੱਕ ਤੁਹਾਡੇ ਵਰਗੇ ਸੁਹਿਰਦ ਨੌਜਵਾਨ ਪੱਤਰਕਾਰ ਨੇ ਛੋਟੇ ਅਖਬਾਰਾਂ ਦਾ ਇਕੱਠ ਕੀਤਾ। ਉੱਥੇ ਮੈਨੂੰ ਉਹਨਾਂ ਨੇ ਲਹੂ ਦੇ ਧੱਬੇ ਪੰਜਾਬ ਦੇ ਐ ਬਣੇ ਹੋਏ ਸੀ, ਔਰ ਪੰਜਾਬ ਦੇ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਪੰਜਾਬੀਅਤ ਦਾ। ਉਹਨਾਂ ਨੇ ਕਿਹਾ ਪਾਰਲੀਮੈਂਟ ਜਿਹੜੀ ਤੁਸੀਂ ਤਕਰੀਰ ਕੀਤੀ ਹੈ, ਉਹਦੇ ਕਰਕੇ ਅੱਜ ਤੋਂ ਬਾਅਦ ਅਸੀਂ ਤੁਹਾਨੂੰ ਆਵਾਜ਼ੇ ਪੰਜਾਬ ਦਾ ਖਿਤਾਬ ਦਿੰਦੇ ਹਾਂ। ਮੈਂ ਉਹਦੇ ਲਈ ਲਿਵ ਅਪ ਕਰਨਾ ਬੜਾ ਔਖਾ ਹੈ, ਮੈਂ ਕੋਸ਼ਿਸ਼ ਕਰਾਂਗਾ। ਮੈਂ ਇੱਕ ਦੋ ਲੋਕਾਂ ਦੇ ਨਾਂ ਲਊਂਗਾ ਬਰਾੜ ਸਾਹਿਬ, 1 ਮਿੰਟ ਹੋਰ ਲੈਣਾ ਸੰਖੇਪ ਓਏ ਹੁਣ ਤੁਹਾਡਾ ਇੱਕ ਮਿੰਟ ਮੈਂ ਉਹਨਾਂ ਬਾਰੇ ਕਿਉਂ, ਮੈਂ ਕੁਝ ਨਹੀਂ ਕਹਿਣਾ। ਮੈਂ ਇੱਕ ਜਿਹੜਾ ਸਿੰਗਲ ਜਵਾਬ ਮੈਂ ਕਿਵੇਂ ਦੇਵਾਂਗਾ ਇੱਕ ਵਿਅਕਤੀ ਦੇ ਪਰਸਨੈਲਿਟੀ ਬਾਰੇ ਇੱਕ ਲਾਈਨ 'ਚ ਕਿਵੇਂ ਬੰਦਾ ਦੇ ਸਕਦਾ? ਫਿਰ ਮੈਂ ਚੁੱਪ ਕਰ ਜਾਵਾਂਗਾ ਜੇ ਮੈਂ ਨਾ ਦੱਸ ਸਕਿਆ। ਸੁਖਬੀਰ ਸਿੰਘ ਬਾਦਲ ਕਿਹੋ ਜਿਹੇ ਲੱਗਦੇ ਆ? ਸੁਖਬੀਰ ਸਿੰਘ ਬਾਦਲ ਬਹੁਤ ਮਿਹਨਤੀ ਨੇ, ਬੜੇ ਕਮਿਟਡ ਨੇ, ਬੜੇ ਡਿਵੋਟਿਡ ਨੇ। ਦੈਟਸ ਆਲ। ਵਰਸਾ ਸਿੰਘ ਬਲਟੋਆ? ਪ੍ਰੋਫੈਸਰ ਸਾਹਿਬ ਦਾ ਆਪਾਂ ਕੰਟਰੋਵਰਸੀ ਕਾਹਨੂੰ ਪੈਦਾ ਕਰਨੀ ਹੈ ਕੋਈ? ਉਹ ਆਪਦੇ, ਉਹ ਤਾਂ ਮੇਰੇ ਨਾਲ ਹੀ ਆ ਕੇ ਬਹਿੰਦੇ ਸਾਰੀਆਂ ਮੀਟਿੰਗਾਂ 'ਚ, ਕਹਿੰਦੇ ਉਹਦੇ ਫੈਡਰੇਸ਼ਨ ਦੀ ਸਾਂਝ ਆ ਵੀ ਸਾਡੀ, ਅਸੀਂ ਨਹੀਂ ਕੋਈ, ਔਰ ਨਾ ਹੀ ਅਸੀਂ, ਦੇਖੋ ਉਹਨਾਂ ਬਾਰੇ ਤੁਸੀਂ ਕੁਛ ਕਹੀ ਜਾਓ, ਮੇਰੇ ਬਾਰੇ ਉਹਨਾਂ ਨੇ ਕੋਈ ਅਪਸ਼ਬਦ ਕਦੇ ਨਹੀਂ ਕਿਹਾ ਤੇ ਨਾ ਮੈਂ ਕਿਹਾ। ਜੇ ਉਹਨਾਂ ਦਾ ਇਹ ਓਪੀਨੀਅਨ ਹੈ ਕਿ ਵੀ ਇਹੀ ਕੰਮ ਬਹੁਤ ਵਧੀਆ ਹੋ ਸਕਦਾ, ਮੇਰਾ ਓਪੀਨੀਅਨ ਹੈ ਨਹੀਂ, ਇੱਕ ਸਾਂਝੀਵਾਲਤਾ ਦਾ ਵਧੀਆ ਹੋ ਸਕਦਾ। ਆਈ ਹੈ ਨਾ। ਮੁੱਖ ਮੰਤਰੀ ਭਗਵੰਤ ਮਾਨ? ਦੇਖੋ, ਇਹ ਸ਼ਖਸੀਅਤ ਨੂੰ ਪਾਰਲੀਮੈਂਟ ਦੀ ਪਰਫਾਰਮੈਂਸ ਕਰਕੇ ਬਹੁਤ ਘੱਟ ਬੰਦਿਆਂ ਨੂੰ ਪਤਾ, ਮੈਨੂੰ ਵੀ ਪਤਾ, ਕਿਉਂਕਿ ਮੈਂ ਉਸ ਸ਼ਬਦ ਨੂੰ ਮੈਂ ਕੀ ਕਹਾਂ, ਮੈਂ ਉਹ ਨਿੱਘ ਮਾਣਿਆ ਪੰਜਾਬ ਦੇ ਲੋਕਾਂ ਦੇ ਪਿਆਰ ਦਾ। ਜਦੋਂ ਮੈਂ ਲੋਕ ਸਭਾ 'ਚ ਲਗਾਤਾਰ 10 ਸਾਲ ਪੰਜਾਬ ਦੇ 15 ਸਾਲ ਮੁੱਦੇ ਉਠਾਏ, ਮੈਨੂੰ ਇੰਨਾ ਨਿੱਘ ਮਿਲਿਆ ਕਿ ਲੋਕ ਇਹ ਕਹਿੰਦੇ ਸੀ ਕੋਈ ਪਾਰਟੀ ਬਣਾ ਲਓ, ਤੁਹਾਡਾ 2/3 ਬਹੁਮਤ ਨਾਲ ਤੁਸੀਂ ਜਿੱਤ ਜਾਓਗੇ। ਭਗਵੰਤ ਸਿੰਘ ਮਾਨ ਨੇ ਆਪਦੀ ਲਿਆਕਤ ਨਾਲ ਜਿਹੜਾ ਪਾਰਲੀਮੈਂਟ ਫੋਰਮ ਤੇ ਗੱਲਾਂ ਕੀਤੀਆਂ ਕਈਆਂ, ਉਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਮੈਜੋਰਿਟੀ ਐਡੀ ਵੱਡੀ ਦਿੱਤੀ ਹੈ। ਬਾਕੀ ਉਹ ਜੋ ਕਹਿੰਦੇ ਨੇ ਜਾਂ ਜੋ ਕਰਦੇ ਨੇ ਜਾਂ ਜੋ ਉਹਨਾਂ ਦੀ ਵਿਚਾਰਧਾਰਾ ਹੈ ਜਾਂ ਜੋ ਉਹਨਾਂ ਦੀ ਸੋਚ ਹੈ, ਇਹਦੇ ਬਾਰੇ ਤਾਂ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਆਵਾਮ ਨੇ ਫਤਵਾ ਦਿੱਤਾ, ਪਰ ਉਹਨੂੰ ਲਿਵ ਅਪ ਕਰਨਾ, ਉਹਨੂੰ ਲਿਵ ਅਪ ਕਰਨਾ, ਇਹ ਭਗਵੰਤ ਸਿੰਘ ਮਾਨ ਦਾ ਇੱਕ ਜਿਵੇਂ ਰਿਸਪੌਂਸ ਐਂਡ ਚੈਲੰਜਸ ਚੁਣੌਤੀ ਹੈ। ਦੇਖੋ ਕਿਸ ਤਰ੍ਹਾਂ ਉਹ ਲਿਵ ਅਪ ਕਰਦੇ। ਸਿਮਰਨਜੀਤ ਸਿੰਘ ਮਾਨ?
ਹੁਣ ਤੁਸੀਂ ਤਾਂ ਮੈਨੂੰ ਸਾਰਿਆਂ ਦੇ ਨਾਲ ਜਾਂ ਤਾਂ ਲੜਾਓਗੇ ਜਾਂ ਮੇਰੇ ਮਿੱਤਰ ਬਣਾਓਗੇ। ਨਹੀਂ, ਮਿੱਤਰ ਬਣਾਉਣ ਤਾਂ ਤੁਸੀਂ ਤੁਰੇ ਹੋਏ ਹੋ। ਸਿਮਰਨਜੀਤ ਸਿੰਘ ਮਾਨ, ਨਹੀਂ ਇਹ ਸ਼ਾਇਦ ਠੀਕ ਨਹੀਂ ਗੱਲ। ਸਿਮਰਨਜੀਤ ਸਿੰਘ ਮਾਨ ਬਹੁਤ ਉੱਚ ਪੱਧਰ ਦਾ ਇਮਾਨਦਾਰ, ਸਿੰਸੀਅਰ, ਲਾਇਕ, ਬਹੁਤ ਹੀ ਸੂਝਵਾਨ। ਮੈਂ ਤਾਂ ਜੋਗਿੰਦਰ ਸਿੰਘ ਮਾਨ ਹੋਰਾਂ ਦੇ ਚਰਨਾਂ ਦੇ ਵਿੱਚ ਬਹਿ ਕੇ, ਉਹ ਰਹੇ ਮੇਰੇ ਫਾਦਰ ਨਾਲ ਮੈਂਬਰ ਲੈਜਿਸਲੇਟਿਵ ਅਸੈਂਬਲੀ, ਸਪੀਕਰ ਰਹੇ ਵਿਧਾਨ ਸਭਾ ਦੇ। ਉਹਨਾਂ ਦਾ ਜਿੱਡਾ ਵੱਡਾ ਕੌਮ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਸਮੇਂ ਤੇ ਉਹ ਫਾਇਦਾ ਕੌਮ ਦਾ ਕਰ ਸਕਦੇ ਸੀ, ਪੰਜਾਬ ਦਾ ਕਰ ਸਕਦੇ ਸੀ। ਕੁਝ ਕਾਰਨਾਂ ਕਰਕੇ ਉਹਨਾਂ ਨੂੰ ਪਹਿਲੀ ਵਾਰੀ ਵੀਪੀ ਸਿੰਘ ਵੇਲੇ ਜੇ ਮੌਕਾ ਮਿਲ ਜਾਂਦਾ ਤਾਂ ਸ਼ਾਇਦ ਮੈਂ ਸਮਝਦਾ, ਲੇਕਿਨ ਮੈਂ ਉਹਨਾਂ ਦੀ ਨਿੱਜੀ ਤੌਰ ਤੇ ਬਹੁਤ ਕਦਰ ਕਰਦਾ। ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਇੱਕ, ਮੈਂ ਉਹਨਾਂ ਦੇ ਵਿਚਾਰ ਨਾਲ ਸਹਿਮਤ ਹੋਵਾਂ ਨਾ ਹੋਵਾਂ, ਬਟ ਹੀ ਇਜ਼ ਕਨਸਟੈਂਟ ਵਾਟ ਹੀ ਸੇਜ਼ ਐਂਡ ਹੀ ਮੇ ਹੈਵ ਸੈਡ ਸਮ। ਮੈਂ ਉਹਨਾਂ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਜੋ ਉਹਨਾਂ ਨੇ ਸ਼ਬਦ ਕਹੇ ਉਹ ਨਹੀਂ, ਉਹ ਮੇਰੇ ਮੁਤਾਬਕ ਠੀਕ ਨਹੀਂ। ਕੇਰਲਾ ਤੱਕ, ਆਂਧਰਾ ਤੱਕ, ਕਰਨਾਟਕਾ ਤੱਕ ਜਿਨ੍ਹਾਂ ਯੋਧਿਆਂ ਦੀਆਂ ਫੋਟੋਆਂ ਲੱਗੀਆਂ ਘਰਾਂ 'ਚ, ਉਹਨਾਂ ਦੇ ਬਾਰੇ ਇਹ ਕਹਿਣਾ ਕਿ ਉਹਨਾਂ ਦੀ ਫੋਟੋ ਉਤਾਰ ਦਿੱਤੀ ਜਾਵੇ, ਇਹ ਸਾਡੀ ਸੈਲਫ ਕੰਟਰਡਿਕਸ਼ਨ ਹੋਏ। ਕੱਲ ਸਿੱਖ ਇਤਿਹਾਸ ਐਂਡ ਪੰਜਾਬ ਇਤਿਹਾਸ, ਤੁਹਾਡੇ ਪ੍ਰਸ਼ਨ ਦਾ ਲਾਸਟ ਜਵਾਬ ਦੇ ਦਿਆਂ ਕਿਉਂਕਿ ਬਾਕੀ ਗੱਲਾਂ ਤਾਂ ਫਜ਼ੂਲ ਹੀ ਹੁੰਦੀਆਂ ਦੁਨੀਆਦਾਰੀ ਦੀਆਂ, ਕਈ ਗੱਲਾਂ ਪਕੜਨ ਵਾਲੀਆਂ ਹੁੰਦੀਆਂ। ਜੇ.ਐਸ. ਗਰੇਵਾਲ ਸਭ ਤੋਂ ਵੱਡੇ ਹਿਸਟੋਰੀਅਨ 90 ਸਾਲ ਦੀ ਉਮਰ ਵਿੱਚ ਗੁਜ਼ਰੇ ਹਨ। ਉਹਨਾਂ ਦਾ ਲਾਸਟ ਆਰਟੀਕਲ ਇਹ ਹੈ, ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਤੇ ਲਿਖਿਆ, ਸਿੱਖ ਇਤਿਹਾਸ ਤੇ ਲਿਖਿਆ, ਹਿੰਦੂ ਬੰਗਾ ਨੇ ਲਿਖਿਆ, ਅਨੇਕਾਂ ਨੇ ਲਿਖਿਆ। ਉਹਨਾਂ ਨੇ ਵਿਚਾਰ ਜਿਹੜੇ ਕੀਤੇ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਤੇ ਸਿੱਖ ਇਤਿਹਾਸ ਨੂੰ ਪੈਰਲਲ ਬਣਾ ਕੇ ਤੋਰਨ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਉਹ ਇੱਕ ਨਵਾਂ ਖਾਲਸੇ ਦਾ ਇੱਕ ਰੂਪ ਪ੍ਰਗਟ ਹੋ ਸਕਦਾ। ਵੀ ਕਾਂਟ ਇਗਨੋਰ ਦੀ ਪੰਜਾਬ ਹਿਸਟਰੀ ਵਾਈਸ ਵਰਸਾ ਦ ਸਿੱਖ, ਇਹ ਸਿੱਖ ਹਿਸਟੋਰੀਅਨ ਕਹਿ ਰਿਹਾ। ਸੋ ਬੜਾ ਡੂੰਘਾ ਵਿਚਾਰ ਹੈ, ਉਹਨੂੰ ਇੱਕ ਮਿੰਟ 'ਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਪਰ ਮੈਂ ਸਿੱਖ ਵਿਦਵਾਨਾਂ ਦੀ ਜਿਹੜੇ ਚਿੰਤਕ ਨੇ, ਬਹੁਤ ਮੇਰੇ ਮਨ 'ਚ ਹੋਰ ਵੀ ਨਾਂ ਹੈ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ। ਹੋ ਸਕਦਾ ਮੈਂ ਉਹਨਾਂ ਦੇ ਸਾਰੇ ਵਿਚਾਰਾਂ ਨਾਲ ਸਹਿਮਤ ਨਾ ਹੋਵਾਂ। ਸੋ ਸ਼ੁਕਰੀਆ ਬਰਾੜ ਸਾਹਿਬ, ਥੈਂਕ ਯੂ, ਧੰਨਵਾਦ ਜੀ। ਬਹੁਤ ਮਿਹਰਬਾਨੀ, ਠੀਕ, ਬਹੁਤ ਮਿਹਰਬਾਨੀ। ਤਾਂ ਸੀਗੇ ਆਵਾਜ਼-ਏ-ਪੰਜਾਬ ਜਗਮੀਤ ਸਿੰਘ ਬਰਾੜ, ਕਹਿ ਰਹੇ ਨੇ ਕਿ ਅੱਜ ਵੀ ਮੈਂ ਤਾਂ ਆਵਾਜ਼ ਦੇ ਰਿਹਾ, ਹੋਕਾ ਦੇ ਰਿਹਾ ਅਕਾਲੀ ਦਲ ਨੂੰ ਬਚਾਉਣ ਦੇ ਲਈ, ਪੰਜਾਬ ਨੂੰ ਬਚਾਉਣ ਦੇ ਲਈ। ਦੇਖਦੇ ਹਾਂ ਇਹ ਆਵਾਜ਼ ਕਦੋਂ ਪਹੁੰਚਦੀ ਹੈ ਅਕਾਲੀ ਦਲ ਦੇ ਪ੍ਰਧਾਨ ਤੱਕ ਤੇ ਪੰਜਾਬ ਤੱਕ।